तब ते तुमरे तब ते को आँख तरे नहीं आने वाहिगुरु राम रहीम पुराण कुरान अनेक कहे मत एक न मान्यो सिमरत शास्त्र वेद सब बहु भेद कहे हम एक न जान्यो श्री असपान कृपा तुमरी कर मैं ना कहयो सब तुहे बखान्यो श्री असपान कृपा तुमरी कर मैं ना कहयो सब तुहे बखान्यो जो बुलावे त्यों बोले स्वामी कुदरत कवन हमारी साध संग नानक जस गायो जो प्रभ की अत प्यारी साध संग नानक जस गायो जो प्रभ की अत प्यारी तुझे आगे अरदास हमारी जियो पिंड सब तेरा कहो नानक सब तेरी वड्याई कोई नाओ न जाने मेरा सुकाओ टल गुर सेवी ऐनस सहज सुभाए दर्शन परसे गुरु के जन्म मरण दुख जाए हुए सिफत खसम दी नूर अरसों कुरसों छटिया तुद डिठे सचे पातशाह मल जन्म जन्म दी कटिया तुद डिठे सचे पातशाह मल जन्म जन्म दी कटिया महला पहला सो अवधूति जो धूपै आप भिखया भोजन करे संताप आओ हठ पटन में भिखया करे सो अवधूति शिवपुर चढ़ै वाहिगुरु जी का खालसा वाहिगुरु जी की फतेह। किरपा निधान भगत वत्सल चवर तख्त संघासन दे मालक सतगुरु ग्रंथ साहिब जियां दी पावन पवित्र हजूरी दा आनंद मान रही गुरु की संगत सतगुरां ने ਅੰਮ੍ਰਿਤ ਵੇਲੇ ਦਾ ਸਮਾਂ ਜਿੱਥੇ ਬਖਸ਼ਿਸ਼ ਕੀਤਾ ਹੈ ਉੱਥੇ ਸਾਨੂੰ ਗੁਰਬਾਣੀ ਪੜ੍ਹਨ ਵਾਸਤੇ ਸੁਣਨ ਵਾਸਤੇ ਵੀ ਕਿਰਪਾ ਕੀਤੀ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ
ਭਾਵਨਾ ਦੇ ਨਾਲ ਜੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਆਪਾਂ ਕਥਾ ਦੇ ਰੂਪ ਦੇ ਵਿੱਚ ਸਰਵਣ ਕਰਦੇ ਹਾਂ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਸੋ ਆਉ ਧੂਤੀ ਜੋ ਧੂਪੈ ਆਪ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਸਿੱਧ ਪੁਰਸ਼ ਸਵਾਲ ਕਰਦੇ ਪਏ। ਇਸ ਸ਼ਬਦ ਦੀ ਵਿਚਾਰ ਕੁਝ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ ਸੀ, ਕੁਝ ਵਿਚਾਰ ਆਪਾਂ ਅੱਜ ਸਰਵਣ ਕਰਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਗੋਰਖਨਾਥ ਆਇਆ, ਸਿੱਧਾਂ ਦਾ ਜੋ ਗੁਰੂ ਹੈ। ਗੋਰਖਨਾਥ ਨੇ ਸਵਾਲ ਕੀਤਾ, ਮਹਾਰਾਜ ਅਵਧੂਤ ਕਿਹਨੂੰ ਕਿਹਾ ਜਾਂਦਾ ਹੈ? ਜੋ ਅਵਧੂਤ ਸਾਧੂ ਹੈ ਉਹਦੇ ਲੱਛਣ ਕੀ ਨੇ, ਨਿਸ਼ਾਨੀਆਂ ਕੀ ਨੇ, ਕਿਰਪਾ ਕਰਕੇ ਦੱਸੋ। ਤੇ ਮਹਾਰਾਜ ਫਰਮਾਉਂਦੇ ਹਨ, ਸੋ ਅਵਧੂਤੀ ਜੋ ਧੂਪੈ ਆਪ। ਮਹਾਰਾਜ ਕਹਿਣ ਲੱਗੇ ਅਵਧੂਤ ਸਾਧੂ ਉਹਨੂੰ ਕਿਹਾ ਜਾਂਦਾ ਹੈ, ਆਪ ਤੋਂ ਭਾਵ ਹੈ ਹੰਕਾਰ, ਜਿਹੜਾ ਹੰਕਾਰ ਨੂੰ ਧੂਪੈ ਕਹੀਏ ਸਾੜ ਦੇਵੇ। ਜਿਹਦੇ ਮਨ ਵਿੱਚ ਹੰਕਾਰ ਨਾ ਹੋਵੇ ਉਹ ਅਵਧੂਤ ਸਾਧੂ ਹੈ। ਅਵਧੂਤ ਦਾ ਪਹਿਲਾ ਲੱਛਣ, ਪਹਿਲੀ ਨਿਸ਼ਾਨੀ ਉਹ ਇਹ ਹੈ ਕਿ ਇਹਨੇ ਆਪਣੇ ਮਨ ਵਿੱਚੋਂ ਹੰਕਾਰ ਮਿਟਾ ਦਿੱਤਾ, ਇਹਦੇ ਮਨ ਵਿੱਚ ਮਾਨ ਨਹੀਂ ਹੈ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ। ਸੰਤਨ ਕੀ ਧੂਰੇ। ਐਸੀ ਅਵਸਥਾ ਨੂੰ ਪਹੁੰਚ ਗਿਆ ਹੈ, ਆਪਣੇ ਆਪ ਨੂੰ ਚਰਨ ਧੂੜੀ ਸਮਝਦਾ ਪਿਆ ਸਾਰਿਆਂ ਦੀ। ਹੰਕਾਰ ਤੇ ਹੈ ਨਹੀਂ, ਮੈਂ ਨਾਹੀਂ ਕਿਛ ਹਉ ਨਾਹੀਂ, ਮੈਂ ਕੁਝ ਵੀ ਨਹੀਂ ਹਾਂ। ਇਸ ਤਰ੍ਹਾਂ ਹੰਕਾਰ ਨੂੰ ਛੱਡੇ। ਤੇ ਪਾਤਸ਼ਾਹ ਕਹਿਣ ਲੱਗੇ, ਜਿਹਦਾ ਸੁਭਾਅ ਇਸ ਤਰ੍ਹਾਂ ਦਾ ਬਣ ਗਿਆ, ਜੀਵਨ ਬਣ ਗਿਆ ਹੈ। ਭਿਖਿਆ ਭੋਜਨ ਕਰੈ ਸੰਤਾਪ। ਤੇ ਪਾਤਸ਼ਾਹ ਕਹਿਣ ਲੱਗੇ, ਭਿਖਿਆ ਦਾ ਭੋਜਨ ਮੰਗ ਕੇ ਛਕਣਾ ਕਰੇ। ਤੇ ਸਾਧੂਆਂ ਦਾ ਲੱਛਣ ਇਹ ਹੈ ਵੀ ਇੱਕ ਘਰੋਂ ਭੋਜਨ ਮੰਗਿਆ ਤੇ ਦੂਸਰੇ ਦਿਨ ਫਿਰ ਦੂਸਰੇ ਘਰੋਂ ਜਾ ਕੇ ਮੰਗਿਆ। ਭਿਖਿਆ ਦਾ ਭੋਜਨ ਮੰਗ ਕੇ ਛਕਣਾ ਕਰੇ ਔਰ ਉਹਦੇ ਵਿੱਚ ਸੰਤੋਖ ਰੱਖੇ। ਇਹ ਨਹੀਂ ਵੀ ਇਸ ਘਰ ਵਿੱਚੋਂ ਪ੍ਰਸ਼ਾਦਾ ਚੰਗਾ ਮਿਲਿਆ, ਪਰੌਂਠੇ ਮਿਲ ਗਏ ਨੇ, ਚੰਗੀਆਂ ਸਬਜ਼ੀਆਂ ਭਾਜੀਆਂ ਮਿਲ ਗਈਆਂ, ਕੱਲ੍ਹ ਨੂੰ ਵੀ ਇੱਥੋਂ ਹੀ ਛਕਣਾ ਆ ਗਿਆ, ਪਰਸੋਂ ਵੀ ਇੱਥੋਂ ਹੀ ਛਕਣਾ, ਕਿਉਂਕਿ ਇੱਧਰੋਂ ਚੰਗਾ ਮਿਲਦਾ ਹੈ, ਦੂਸਰੇ ਪਾਸਿਓਂ ਚੰਗਾ ਨਹੀਂ ਮਿਲਦਾ, ਉੱਧਰ ਜਾਣਾ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਨਹੀਂ, ਭਿਖਿਆ ਦਾ ਭੋਜਨ ਮੰਗ ਕੇ ਛਕਦਾ ਪਰ ਉਹਦੇ ਵਿੱਚ ਵੀ ਸੰਤੋਖ ਹੋਵੇ। ਦੌਦਰ ਵਾਲੇ ਮਹਾਂਪੁਰਖ ਸਨ ਬਾਬਾ ਈਸਰ ਸਿੰਘ ਜੀ। ਉਹਨਾਂ ਨੇ ਹਰ ਵੇਲੇ ਸਮਾਧੀ ਵਿੱਚ ਬੈਠੇ ਰਹਿਣਾ, ਸਿਮਰਨ ਵਿੱਚ ਬੈਠੇ ਰਹਿਣਾ ਤੇ 24 ਘੰਟਿਆਂ ਬਾਅਦ ਇੱਕ ਵਾਰੀ ਭੋਜਨ ਛਕਣਾ। ਤੇ ਜਦੋਂ ਉਹਨਾਂ ਨੇ ਭੋਜਨ ਮੰਗਣ ਵਾਸਤੇ ਤੁਰਨਾ ਨਾ, ਵੱਡੇ ਵੱਡੇ ਸ਼ਾਹੂਕਾਰਾਂ ਨੇ ਬੜਾ ਸੋਹਣਾ ਪ੍ਰਸ਼ਾਦਾ ਬਣਾ ਕੇ ਥਾਲੀਆਂ ਹੱਥ 'ਚ ਫੜ ਕੇ ਖਲੋਤੇ ਹੋਣਾ ਕਿ ਮਹਾਂਪੁਰਖ ਸਾਡੀ ਗਲੀ ਆ ਜਾਣ, ਸਾਡੇ ਘਰੇ ਆ ਜਾਣ, ਸਾਡੇ ਕੋਲੋਂ ਭੋਜਨ ਛਕ ਲੈਣ। ਤੇ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਕਈ ਤਰ੍ਹਾਂ ਦੇ ਭੋਜਨ ਬਣਾਏ ਹੋਏ ਨੇ, ਉਸ ਗਲੀ ਆਉਣਾ ਹੀ ਨਾ, ਉਸ ਪਾਸੇ ਨੂੰ ਜਾਣਾ ਜਿੱਥੋਂ ਸੁੱਕਾ ਮਿੱਸਾ ਮਿਲਣਾ, ਰੁੱਖਾ ਪ੍ਰਸ਼ਾਦਾ ਜਿੱਥੋਂ ਮਿਲਣਾ, ਉਸ ਪਾਸੇ ਨੂੰ ਜਾਣਾ। ਅਸੀਂ ਧਿਆਨ ਲਾਉਣਾ ਹੈ, ਬਲਕਿ ਇਹ ਨਹੀਂ ਵੀ ਬਹੁਤਾ ਛਕ ਕੇ ਸੌਣਾ ਹੈ। ਮਹਾਰਾਜ ਕਹਿਣ ਲੱਗੇ, ਅਵਧੂਤ ਦੀ ਨਿਸ਼ਾਨੀ ਇਹ ਹੈ ਵੀ ਭੋਜਨ ਤੇ ਮੰਗ ਕੇ ਖਾਂਦਾ ਪਰ ਉਹਦੇ ਵਿੱਚ ਵੀ ਸੰਤੋਖ ਰੱਖਦਾ ਹੈ। ਇਹ ਗੁਣ ਮਹਾਰਾਜ ਨੇ ਆਪਣੇ ਖਾਲਸੇ ਨੂੰ ਵੀ ਬਖਸ਼ਿਸ਼ ਕੀਤੇ ਨੇ। ਖਾਲਸੇ ਨੂੰ ਸੰਤ ਦੇ ਨਾਲ ਸਿਪਾਹੀ ਤੇ ਸਿਪਾਹੀ ਦੇ ਨਾਲ ਸੰਤ ਬਣਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਲਵੇ ਦੇ ਵਿੱਚ ਗਏ ਨੇ, ਦੀਵਾਨ ਸਜਿਆ ਤੇ ਲੰਗਰ ਪ੍ਰਸ਼ਾਦਾ ਬਣਾਉਣ ਦਾ ਸਮਾਂ ਲੱਗੇਗਾ। ਸਿੰਘਾਂ ਨੂੰ ਭੁੱਖ ਲੱਗੀ ਹੋਈ ਹੈ। ਪਿੰਡ ਦੇ 2-4 ਮੋਹਤਬਾਰ ਉੱਠੇ, ਪਿੰਡ ਦੇ ਮੁੱਖ ਜਿਹੜੇ ਲੋਕ ਸਨ ਉੱਠੇ, ਕਹਿਣ ਲੱਗੇ, ਮਹਾਰਾਜ ਇੱਥੇ ਲੰਗਰ ਬਣਾਵਾਂਗੇ, ਟਾਈਮ ਲੱਗੇਗਾ, ਤੁਹਾਡੇ ਨਾਲ ਫੌਜ ਹੈ, ਸੰਗਤ ਹੈ, ਆਪਾਂ ਇਸ ਤਰ੍ਹਾਂ ਕਰੀਏ ਵੀ 2-2 ਸਿੰਘ ਆਪਣੇ ਆਪਣੇ ਘਰਾਂ ਵਿੱਚ ਲੈ ਜਾਂਦੇ, ਜਿੰਨਿਆਂ ਨੂੰ ਕੋਈ ਛਕਾ ਸਕਦਾ, ਕੋਈ 5 ਨੂੰ ਖਵਾ ਦੇਵੇ, ਕੋਈ 2 ਨੂੰ ਖਵਾ ਦੇਵੇ, ਨਾਲੇ ਸਾਰਿਆਂ ਦੇ ਘਰ ਵਿੱਚ ਚਰਨ ਪੈ ਜਾਣਗੇ, ਨਾਲੇ ਟਾਈਮ ਥੋੜ੍ਹਾ ਲੱਗੇਗਾ, ਸਾਰੇ ਛਕ ਵੀ ਲੈਣਗੇ।
महाराज का हुक्म मन के लै गया। कोई 2 सिंह लै गया नाल, कोई 5 लै गया, जिन्नी को समर्था कोई 1 लै गया। सारिਆਂ ने भोजन छकाया, सारे भोजन छक के आए। जदों महाराज दे कोल आए ना तो सतगुरां ने पूछया, ਸਿੰਘੋ की छक के आए? एक सिंह ने दसिया, कहन लगा महाराज बड़े सोहने माल पूड़े बने, बड़ी सोहनी खीर बनी। ओ जिहड़ा सरदार बैठा है ना, इन्हें बड़ी सेवा की है। जदों सरदार का नाम लिया वो गिठ उच्चा होर हो गया, इधर उधर वेखण लग पिया भी हाँ सारे वाले सारे जने मेरे वाले वेखदे भी इन्नी सेवा की है। दूजे नूं पुछया, कहन लगे भी तू की छकिया? उन्हें अपना दस दिता, महाराज बड़ियां सोहणियां सब्जियां भाजियां बनियां, बड़े सोहने प्रसाद सेवियां बनियां, मैं तो आप बड़ा सोहना रज के खाधा। महाराज कहन लगे तैनू किन्ने छकाया? कहन लगा जी और दूसरे पासे जिहड़ा सरदार बैठा ना, घरे 50 मझां बधियां होईयां, 2 घोड़ियां रखियां होईयां, बड़ा ठाठ बाट है, बड़ी सेवा की, वो भी गिठ होर उच्चा हो गया। वेखदा पिया भी मेरी सेवा की तारीफ हो रही। सारिਆਂ ने आपो अपना दसिया। एक सिख चुप करके बैठा। महाराज कहन लगे सिखा तू की छकिया? वो कहन लगा महाराज जो मैं छकिया वो इन्हां किसी ने नहीं छकिया है। जदों ये बचन किया वो जिहड़े बहुता छक के आए वो भी हैरान हो गया भी ये साडे नालों चंगा की खा आया है भी ये कहंदा भी जो मैं छकिया वो इन्हां ने नहीं छकिया। सिंह ते नहीं बोले, वो सरदार जिन्हां दी तारीफ हुई ना वो बोल पाया भी साडी तारीफ हुई है, साडे तो वड्डी तारीफ वाला किहड़ा? उन्होंने पूछया, कहन लगे सिंघा किहदे घरे गया? कहंदा जी फलाना सिंह दे। कहन लगे उन्हें तेनू की खवाता? वो तो गरीब है, वो तो आप मंग के रोटी खांदा। तू आखदा भी मैनू जो उन्हें खवाया उहो जिहा किते वो छकिया नहीं तो खवाया की है? सिख ने हथ जोड़ के आख्या, कहन लगा महाराज इन्हें अपने तन का कपड़ा कोई शाल वगैरह जिहड़ा लिया सी ना शरीर ते कंबल पाटा जिहा वो इन्हें मेरे वास्ते विछाया बैठण वास्ते। तो महाराज सुकियां पीलां साने दे घरे किते तोड़ के रखियां होणगियां, वो पीलां इसने मेरे हाथ सुचे करवा के ते वो भांडे विच पा के वो छकाइयां। महाराज बड़ा आनंद आया। सतगुरु पातशाह महाराज बचन सुन के बड़े खुश होए। कहन लगे सती दे संतोखी खाए। देन वाला भी सतिया होवे ते छकन वाला भी संतोखी होवे। ये तां पूरी पैंदी है, मान हंकार नूं दूर करे। पातशाह कहन लगे भिखिया भोजन करे संताप। भिखिया दा भोजन मंग के खांदा है उहदे विच भी संतोख होवे। ते संताप भली प्रकार तप भी करे। जे प्रशादा मंग के छक लिया ना किसी के घर विचों, ਇਹਦਾ मतलब ये नहीं भी हुण आके सौ जावे, बैठ के तप करे, बंदगी करे, अपना भी भला करे, जिहदे घर विचों छक के आया उहदा भी भला करे। ये अवधूत साधु दे लक्षण ने। भी अवधूत किहनूं कहा? कहंदे ये अवधूत है जिहड़ा मंग के भोजन की गराही छकदा पर मन में संतोख रखता है। आओ हठ पटन में भिखिया करे। सो गुरमुखो इसे तरह औहठ तो भाव है ये जिहड़ा शरीर है ना, पटन नाम शरीर का जिहड़ा शरीर है इहदे विच हठ नूं धारण करे। हठ की है कि मैं नितनेम करना है, मैं अमृत वेले उठना है, मैं इशनान करना है। शरीर नहीं चाहता है कि तू अमृत वेले उठ, तू इशनान कर, नाम जब दलिद्र पैंदा नींद आउंदी है। महाराज कहन लगे अवधूत उहनूं कहा जाता है ये जिहड़ा पटन शरीर है ना, इहदे विच हठ कहिए जो हिरदा है, उस हिरदे दे विच आत्मदेव रूपी परमात्मा नूं जाने, भिखिया करे। जिहड़ा परमात्मा नूं जानना हिरदे विच, ये भिखिया मंगनी है। निराए नहीं भी इधरों मंग के छकिया, 1 घंटा नहीं होया दूजे घरे चल पिया भी इधरों वेख आवां की बनिया, फिर तीजे घरे चल पिया। नहीं, हिरदे विच जिहड़ा परमात्मा दे नाम नूं जपना, ये भिखिया मंग के खाना करे। सो अवधूती शिवपुर चढ़े। वो जिहड़ा अवधूत साधु है, शिवपुरी किहड़ी है? 10वां द्वार। ऐसा साधु फिर 10वें द्वार की प्राप्ति करदा। महाराज अवधूत किनू कहा है? सतगुरु कहंदे ये अवधूत दे लक्षण ने साधु दे। ऐसा साधु फिर 10वें द्वार की प्राप्ति करता है।
ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ। ਸੋ ਅਵਧੂਤੀ ਸਿਪੁਰ ਚੜ੍ਹੈ। ਗੁਰਮੁਖੋ ਕਲਿਆਣ ਰੂਪੀ ਜਿਹੜਾ ਹੈ ਦਾਤ ਪ੍ਰਾਪਤ ਹੁੰਦੀ ਹੈ, ਉਹ ਜਿਹੜਾ ਅਵਧੂਤ ਸਾਧੂ ਹੈ, ਸ਼ਿਵਪੁਰੀ ਕਿਹੜੀ ਹੈ? ਜਿਹੜਾ ਕਲਿਆਣ ਪ੍ਰਾਪਤ ਹੋਣਾ, ਕਲਿਆਣ ਰੂਪੀ ਜਿਹੜੀ ਪੁਰੀ ਉਹਦੇ ਵਿੱਚ ਪ੍ਰਾਪਤ ਹੁੰਦਾ ਹੈ। ਬੋਲੇ ਗੋਰਖ ਸਤ ਸਰੂਪ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਗੋਰਖਨਾਥ ਅਸੀਂ ਬਚਨ ਬੋਲਦੇ ਪਏ ਹਾਂ, ਬਚਨ ਇਹ ਹੈ ਉਹ ਪਰਮਾਤਮਾ ਸਤ ਸਰੂਪ ਹੈ, ਸਦਾ ਅਟਲ ਰਹਿਣ ਵਾਲਾ ਹੈ। ਪਰਮ ਤਤ ਮਹਿ ਰੇਖ ਨਾ ਰੂਪ। ਉਹ ਜਿਹੜਾ ਪਰਮ ਤਤ ਪਰਮਾਤਮਾ, ਉਹਦੇ ਵਿੱਚ ਕੋਈ ਰੂਪ ਰੇਖਾ ਨਹੀਂ ਹੈ। ਪਰਮਾਤਮਾ ਕਿਸੇ ਕਰਮ ਦਾ ਨਹੀਂ ਬੱਧਾ ਹੋਇਆ, ਕਿਸੇ ਰੂਪ ਦੇ ਵਿੱਚ ਨਹੀਂ ਉਹ ਬੱਧਾ ਹੋਇਆ, ਉਹ ਰੂਪ ਰੇਖ ਤੋਂ ਨਿਆਰਾ ਐਸਾ ਉਹ ਆਪ ਹੈ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਇੱਕ ਗੋਪੀ ਚੰਦ ਨਾਮ ਦਾ ਸਿੱਧ ਆ ਗਿਆ। ਗੋਪੀ ਚੰਦ ਸਿੱਧ ਨਾ ਮਹਾਰਾਜ ਦਾ ਸ਼ਰਧਾਲੂ ਹੈ, ਪ੍ਰੇਮ ਕਰਦਾ ਸਤਿਗੁਰਾਂ ਦੇ ਨਾਲ। ਬਾਕੀ ਸਾਰੇ ਸਿੱਧਾਂ ਵਿੱਚੋਂ ਇਹਦਾ ਪ੍ਰੇਮ ਹੈ ਮਹਾਰਾਜ ਜੀ ਦੇ ਨਾਲ। ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਮੇਰਾ ਵੀ ਇੱਕ ਸਵਾਲ ਹੈ। ਪਾਤਸ਼ਾਹ ਕਹਿਣ ਲੱਗੇ, ਗੋਪੀ ਚੰਦ ਤੁਸੀਂ ਵੀ ਪੁੱਛ ਲਓ। ਕਹਿਣ ਲੱਗਾ, ਪਾਤਸ਼ਾਹ ਜੀ ਉਦਾਸੀ ਕਿਹਨੂੰ ਕਿਹਾ ਹੈ? ਕਿਉਂਕਿ ਉਹ ਆਪ ਉਦਾਸੀ ਸਾਧੂ ਹੈ ਨਾ। ਗੋਪੀ ਚੰਦ ਆਪਣੇ ਬਾਰੇ ਪੁੱਛਦਾ, ਪਾਤਸ਼ਾਹ ਜੀ ਉਦਾਸੀ ਕਿਹਨੂੰ ਕਹਿੰਦੇ ਹੋ? ਤੇ ਮਹਾਰਾਜ ਫਰਮਾਉਂਦੇ ਹਨ, ਸੋ ਉਦਾਸੀ ਜੇ ਪਾਲੇ ਉਦਾਸ। ਮਹਾਰਾਜ ਕਹਿਣ ਲੱਗੇ, ਉਦਾਸੀ ਉਹ ਹੈ ਜਿਹੜਾ ਉਦਾਸ ਨੂੰ ਪਾਲਦਾ ਹੈ। ਉਦਾਸੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਉਦਾਸ ਨੂੰ ਪਾਲਦਾ, ਭਾਵ ਕਿ ਉਦਾਸ ਪੁਣੇ ਨੂੰ ਵਧਾਉਂਦਾ ਹੈ, ਦੁਨੀਆ ਵੱਲੋਂ ਉਪਰਾਮ ਹੁੰਦਾ। ਅੱਜ ਥੋੜਾ ਮੋਹ ਛੱਡਿਆ, ਕੱਲ ਨੂੰ ਹੋਰ ਮੋਹ ਛੱਡਣਾ ਹੈ, ਪਰਸੋਂ ਹੋਰ ਮੋਹ ਛੱਡਣਾ ਹੈ। ਅੱਜ ਥੋੜਾ ਜਿਹਾ ਲੋਭ ਛੱਡਿਆ, ਕੱਲ ਨੂੰ ਹੋਰ ਲੋਭ ਛੱਡਣਾ ਹੈ। ਜਿਹੜਾ ਲੋਭ ਨੂੰ ਹੌਲੀ ਹੌਲੀ ਛੱਡਦਿਆਂ ਛੱਡ ਦਿੰਦਾ ਹੈ, ਜਿਹੜਾ ਮੋਹ ਨੂੰ ਛੱਡਦਿਆਂ ਛੱਡ ਦਿੰਦਾ ਹੈ, ਜਿਹੜਾ ਇਸ ਤਰ੍ਹਾਂ ਉਦਾਸਤਾਈ ਨੂੰ ਵਧਾਉਂਦਾ ਹੈ, ਉਸ ਨੂੰ ਉਦਾਸੀ ਕਿਹਾ ਹੈ। ਫਿਰ ਫਰਮਾਉਂਦੇ ਹਨ, ਸੋ ਉਦਾਸੀ ਜੇ ਪਾਲੇ ਉਦਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉਦਾਸੀ ਉਹ ਹੈ ਪਾਲੇ ਜਿਹੜਾ ਰੱਬ ਨੂੰ ਪਾ ਲਵੇ। ਗੁਰਮੁਖੋ ਗੁਰਬਾਣੀ ਦਾ ਅਰਥ ਕਰਨ ਲੱਗਿਆ ਆਪਾਂ ਇਹਨਾਂ ਅੱਖਰਾਂ ਨੂੰ ਥੋੜਾ ਅੱਗੇ ਪਿੱਛੇ ਕਰ ਸਕਦੇ ਹਾਂ। ਕਹਿਣ ਲੱਗੇ, ਉਦਾਸੀ ਉਹ ਹੈ ਜਿਹੜਾ ਉਦਾਸ ਨੂੰ ਉਦਾਸਤਾਈ ਨੂੰ ਪਾ ਲਵੇ, ਜਾਂ ਇਸ ਤਰ੍ਹਾਂ ਕਹਿ ਲਈਏ, ਉਦਾਸੀ ਉਹ ਹੈ ਜਿਹੜਾ ਪ੍ਰਮਾਤਮਾ ਨੂੰ ਪਾ ਲਵੇ। ਪਾਤਸ਼ਾਹ ਕਹਿਣ ਲੱਗੇ, ਐਸੀ ਦਾਤ ਮਿਲਦੀ ਹੈ। ਅਰਧ ਉਰਦ ਕਰੇ ਨਿਰੰਜਨ ਵਾਸ। ਤੇ ਅਰਧ ਕਹੀਏ ਤੇ ਉਰਦ ਕਹੀਏ ਈਸ਼ਵਰ, ਅਰਧ ਕਹੀਏ ਜੀਵ। ਇਹ ਜਿਹੜਾ ਜੀਵ ਹੈ ਤੇ ਜਿਹੜਾ ਈਸ਼ਵਰ ਹੈ, ਪਾਤਸ਼ਾਹ ਕਹਿਣ ਲੱਗੇ, ਵਿਦਿਆ ਦੀ ਮਲ ਤੋਂ ਰਹਿਤ ਜਿਹੜਾ ਪਰਮਾਤਮਾ ਨੂੰ ਵਸਿਆ ਜਾਣਨਾ ਹੈ, ਇਹ ਅਰਧ ਉਰਦ ਹੈ। ਅਰਧ ਕਹੀਏ ਜੀਵ, ਉਰਦ ਕਹੀਏ ਪਰਮੇਸ਼ਰ। ਜਿਹੜਾ ਪਰਮੇਸ਼ਰ ਮਾਇਆ ਦੀ ਮੈਲ ਤੋਂ ਰਹਿਤ ਹੈ, ਅਵਿਦਿਆ ਦੀ ਮੈਲ ਤੋਂ ਰਹਿਤ ਹੈ, ਉਸ ਪਰਮਾਤਮਾ ਨੂੰ ਸਾਰਿਆਂ ਥਾਵਾਂ 'ਤੇ ਜਾਣਨਾ ਕਿ ਉਹ ਨਿਰੰਜਨ ਸਾਰਿਆਂ ਥਾਵਾਂ 'ਤੇ ਵਸਿਆ ਹੈ। ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਉਹ ਜਿਹੜੇ ਗੁਰਮੁਖ ਨੇ ਉਸ ਦੀ ਪ੍ਰਾਪਤੀ ਕਰਦੇ, ਉਦਾਸ ਉਹਨਾਂ ਨੂੰ ਕਿਹਾ ਹੈ। ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ, ਅਰਧ ਉਰਦ ਕਰੇ ਨਿਰੰਜਨ ਵਾਸ। ਗੁਰਮੁਖੋ ਅਰਧ ਕਹੀਏ ਥੱਲੇ ਉਤਾਰਨਾ। ਜਦੋਂ ਸਾਹ ਨੂੰ ਬਾਹਰ ਕੱਢਣਾ ਨਾ, ਥੱਲੇ ਉਤਾਰਨਾ, ਆਪਾਂ ਸਾਹ ਬਾਹਰ ਕੱਢਦੇ ਹਾਂ ਉਦੋਂ ਵੀ ਆਖੇ ਵਾਹਿਗੁਰੂ। ਜਦੋਂ ਸਾਹ ਨੂੰ ਉੱਪਰ ਚੜਾਉਣਾ ਹੈ, ਅੰਦਰ ਨੂੰ ਖਿੱਚਣਾ ਹੈ, ਉਦੋਂ ਵੀ ਆਖੇ ਵਾਹਿਗੁਰੂ। ਸਾਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਸ ਸਿਮਰੋ ਗੋਬਿੰਦ। ਹਰੇਕ ਸਾਹ ਦੇ ਨਾਲ ਇਸ ਤਰ੍ਹਾਂ ਸਿਮਰਨ ਕਰੇ। ਮਹਾਰਾਜ ਕਹਿਣ ਲੱਗੇ, ਅਰਧ ਉਰਦ ਕਰੇ ਨਿਰੰਜਨ ਵਾਸ। ਅਰਧ ਕਹੀਏ ਸਵਾਸਾਂ ਨੂੰ ਉਤਾਰਨਾ, ਉਰਦ ਕਹੀਏ ਸਵਾਸਾਂ ਨੂੰ ਚੜਾਉਣਾ। ਸਵਾਸਾਂ ਨੂੰ ਕੱਢਦਿਆਂ, ਸਵਾਸਾਂ ਨੂੰ ਲੈਂਦਿਆਂ ਨਿਰੰਜਨ ਨੂੰ ਚੇਤੇ ਕਰੇ, ਪਰਮਾਤਮਾ ਨੂੰ। ਜਿਹੜਾ ਇਸ ਤਰ੍ਹਾਂ ਚੇਤੇ ਕਰਦਾ, ਉਹਦੇ ਵਿੱਚ ਵਾਸਾ ਹੁੰਦਾ, ਉਹਦੀ ਪ੍ਰਾਪਤੀ ਕਰਦਾ ਹੈ। ਚੰਦ ਸੂਰਜ ਕੀ ਪਾਏ ਗੰਢ। ਗੁਰਮੁਖੋ ਚੰਦ ਤੋਂ ਭਾਵ ਹੈ ਵਿਵੇਕ, ਸੂਰਜ ਤੋਂ ਭਾਵ ਹੈ ਵੈਰਾਗ। ਵੈਰਾਗ ਤੇ ਵਿਵੇਕ ਦੀ ਗੰਢ ਪਾਉਣੀ ਕਰੇ। ਵੈਰਾਗ ਵੀ ਪ੍ਰਾਪਤ ਕਰੇ, ਵਿਵੇਕ ਵੀ ਪ੍ਰਾਪਤ ਕਰੇ। ਵਿਵੇਕ ਨਾਮ ਗੁਰਮੁਖੋ ਗਿਆਨ ਦਾ ਹੈ। ਇਹਨਾਂ ਦੋਵਾਂ ਦੀ ਗੰਢ ਪਾਵੇ, ਗਿਆਨ ਤੇ ਵੈਰਾਗ ਨੂੰ ਇਕੱਠਾ ਕਰੇ। ਫਿਰ ਫਰਮਾਉਂਦੇ ਹਨ, ਚੰਦ ਸੂਰਜ ਕੀ ਪਾਏ ਗੰਢ। ਇਸੇ ਤਰ੍ਹਾਂ ਚੰਦ ਕਹੀਏ ਜਿਸ ਨੂੰ ਕਿਹਾ ਜਾਂਦਾ ਹੈ ਇੜਾ, ਤੇ ਸੂਰਜ ਕਿਹਾ ਜਾਂਦਾ ਪਿੰਗਲਾ। ਇੜਾ ਤੇ ਪਿੰਗਲਾ
ਇਹਨਾਂ ਨੂੰ ਇਕੱਠਾ ਕਰਕੇ ਸੁਖਮਨਾ ਦੀ ਅਵਸਥਾ ਵਿੱਚ ਪਹੁੰਚਣਾ ਕਰੇ, ਐਸਾ ਜੋਗੀ ਬੰਨਾ ਕਰੇ ਤਾਂ ਉਸ ਨੂੰ 10ਵੇਂ ਦਵਾਰ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਫਿਰ ਫਰਮਾਉਂਦੇ ਹਨ, ਚੰਦ ਸੂਰਜ ਕੀ ਪਾਏ ਗੰਢ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਚੰਦ ਸੂਰਜ ਕੀ ਹੈ? ਚੰਦ ਜੋ ਸਾਡਾ ਸਰੀਰ ਹੈ ਤੇ ਸੂਰਜ ਕਹੀਏ ਜੋ ਪਰਮਾਤਮਾ ਹੈ, ਇਹ ਸਰੀਰ ਦੇ ਵਿੱਚ ਪਰਮਾਤਮਾ ਦੇ ਨਾਲ ਗੰਢ ਪਾਵੇ। ਮਹਾਰਾਜ ਜੀ ਦਾ ਬਚਨ ਪੜ੍ਹਦੇ ਆ, ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ। ਇਹ ਗੰਢ ਪਾਉਣੀ ਹੈ। ਜੇ ਮਨੁੱਖਾ ਸਰੀਰ ਮਿਲਿਆ ਬੰਦਿਆ, ਇਸ ਮਨੁੱਖਾ ਸਰੀਰ ਦੇ ਨਾਲ ਪਰਮਾਤਮਾ ਦੇ ਨਾਲ ਗੰਢ ਪਾ, ਉਹਦੇ ਨਾਲ ਮੇਲ ਬਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਚੰਦ ਸੂਰਜ ਕੀ ਪਾਏ ਗੰਢ, ਸਰੀਰ ਦੀ ਤੇ ਪਰਮਾਤਮਾ ਦੀ ਆਪਸ ਵਿੱਚ ਗੰਢ ਪਾਉਣਾ ਕਰੇ, ਆਪਸ ਵਿੱਚ ਮਿਲਣਾ ਕਰਨਾ ਕਰੇ। ਇਸ ਉਦਾਸੀ ਕਾ ਪੜੈ ਨਾ ਕੰਧ। ਉਹ ਜਿਹੜਾ ਉਦਾਸੀ ਸਾਧੂ ਹੈ ਨਾ, ਕੰਧ ਕਹੀਏ ਸਰੀਰ ਉਹਦਾ ਫਿਰ ਨਿਸਫਲ ਨਹੀਂ ਜਾਂਦਾ ਹੈ। ਜਿਹੜਾ ਇਸ ਤਰ੍ਹਾਂ ਦਾ ਉਦਾਸੀ ਸਾਧੂ ਬਣਿਆ ਨਾ, ਜਿਹਦੇ ਆਪਾਂ ਗੁਣ ਸੁਣ ਲੈਣੇ ਗੁਰਬਾਣੀ ਦੇ ਅੰਦਰ, ਫਿਰ ਉਹਦਾ ਸਰੀਰ ਨਿਸਫਲ ਨਹੀਂ ਜਾਂਦਾ ਹੈ। ਕੰਧ ਨਾਮ ਸਰੀਰ ਦਾ ਹੈ, ਉਹਦਾ ਸਰੀਰ ਫਿਰ ਨਿਸਫਲ ਨਹੀਂ ਜਾਂਦਾ, ਸਫਲਾ ਹੋ ਜਾਂਦਾ ਹੈ। ਫਿਰ ਫਰਮਾਉਂਦੇ ਹਨ, ਇਸ ਉਦਾਸੀ ਕਾ ਪੜੈ ਨਾ ਕੰਧ। ਜਾਂ ਫਿਰ ਇਸ ਤਰ੍ਹਾਂ ਕਹਿ ਲਈਏ, ਉਸ ਉਦਾਸੀ ਜੀਵ ਦਾ ਜਿਹੜਾ ਸਰੀਰ ਹੈ ਨਾ, ਫਿਰ ਉਹ ਕੀ ਹੁੰਦਾ, ਅੱਗੇ ਜਨਮਾਂ 'ਚ ਨਹੀਂ ਪੈਂਦਾ ਹੈ। ਇਹ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਹੈ। ਜਿਹੜਾ ਇਸ ਤਰ੍ਹਾਂ ਦਾ ਉਦਾਸੀ ਬਣ ਜਾਵੇਗਾ, ਉਹ ਅੱਗੇ ਸਰੀਰਾਂ ਵਿੱਚ ਨਹੀਂ ਪਵੇਗਾ। ਨਹੀਂ ਤੇ ਦੁਨੀਆ ਦੇ ਲੋਕ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਨਹੀਂ ਤੇ ਬਾਕੀ ਜੀਵ ਤੇ ਜਨਮਾਂ ਵਿੱਚ ਆਉਂਦੇ ਪਏ, ਪਰ ਜਿਹੜਾ ਇਹੋ ਜਿਹਾ ਉਦਾਸੀ ਬਣ ਜਾਵੇਗਾ, ਜਿਹਦੇ ਬਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਦੱਸਦੇ ਪਏ, ਪਾਤਸ਼ਾਹ ਕਹਿਣ ਲੱਗੇ ਫਿਰ ਉਹ ਸਰੀਰਾਂ ਵਿੱਚ ਨਹੀਂ ਪਵੇਗਾ। ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁਝ ਸਮਾਵੇਂਗੇ। ਐਸੀ ਦਾਤ ਨੂੰ ਪ੍ਰਾਪਤ ਹੁੰਦੇ ਹਨ। ਬੋਲੇ ਗੋਪੀ ਚੰਦ ਸਤ ਸਰੂਪ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੋਪੀ ਚੰਦ ਤੇਰੇ ਸਵਾਲ ਦਾ ਜਵਾਬ ਦਿੱਤਾ ਹੈ। ਤੂੰ ਪੁੱਛਿਆ ਸੀ ਉਦਾਸੀ ਕਿਹਨੂੰ ਕਿਹਾ ਜਾਂਦਾ ਹੈ, ਅਸੀਂ ਉਦਾਸਤਾਈ ਦੇ ਗੁਣ ਤੈਨੂੰ ਦੱਸੇ ਨੇ। ਬੋਲੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਉਹ ਪ੍ਰਮਾਤਮਾ ਸਤ ਸਰੂਪ ਹੈ, ਸਦਾ ਰਹਿਣ ਵਾਲਾ ਹੈ। ਪਰਮ ਤਤ ਮਹਿ ਰੇਖ ਨਾ ਰੂਪ। ਉਹ ਜਿਹੜਾ ਪਰਮ ਤੰਤ ਪ੍ਰਮਾਤਮਾ ਹੈ, ਉਹਦੇ ਵਿੱਚ ਕੋਈ ਰੂਪ ਰੇਖਾ ਨਹੀਂ ਹੈ। ਉਹ ਰੇਖਾ ਮੱਛ ਕਾਸ਼ ਇਤਿਆਦਿ ਕੇ ਨਾ ਤੋਂ ਪਰੇ ਹੈ, ਉਹ ਰੂਪਾਂ ਤੋਂ ਪਰੇ ਹੈ, ਉਹ ਸਰੀਰ ਦੀ ਘਾਟ ਤੋਂ ਪਰੇ ਪ੍ਰਮਾਤਮਾ ਹੈ। ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਖਾਲੇ। ਸਤਿਗੁਰਾਂ ਦੇ ਕੋਲ ਚਰਪਟਨਾਥ ਨਾਮ ਦਾ ਸਿੱਧ ਆ ਗਿਆ। ਇਹ ਗੁਰਮੁਖੋ ਸਿੱਧਾਂ ਦੇ ਨਾਮ ਨੇ, ਚਰਪਟਨਾਥ, ਗੋਪੀਨਾਥ, ਭਰਥਰੀਨਾਥ, ਮੰਗਲਨਾਥ, ਇਹਨਾਂ ਦੇ ਨਾਮ ਨੇ ਸਿੱਧਾਂ ਦੇ। ਹੁਣ ਚਰਪਟਨਾਥ ਨਾਮ ਦਾ ਸਿੱਧ ਆਇਆ, ਕਹਿਣ ਲੱਗਾ ਮੇਰਾ ਵੀ ਇੱਕ ਸਵਾਲ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚੱਲ ਚਰਪਟਨਾਥ ਤੂੰ ਵੀ ਪੁੱਛ ਵੀ ਤੇਰਾ ਕੀ ਸਵਾਲ ਹੈ। ਤੇ ਫਰਮਾਉਂਦਾ ਹੈ, ਸੋ ਪਾਖੰਡੀ ਜੇ ਕਾਇਆ ਪਖਾਲੇ। ਮਹਾਰਾਜ ਪਾਪਖੰਡੀ ਕਿਹਨੂੰ ਕਿਹਾ ਜਾਂਦਾ ਹੈ? ਜੋਗੀਆਂ ਦੇ ਗੁਰਮੁਖੋ 12 ਮਤ ਨੇ, 12 ਫਿਰਕੇ ਨੇ। ਉਹਨਾਂ 12 ਫਿਰਕਿਆਂ ਵਿੱਚੋਂ ਇੱਕ ਫਿਰਕੇ ਦਾ ਨਾਮ ਹੈ ਪਾਪਖੰਡੀ, ਪਾਪਾਂ ਨੂੰ ਖੰਡਨ ਕਰਨ ਵਾਲਾ। ਹੌਲੀ ਹੌਲੀ ਪਾਪਖੰਡੀ ਵਿੱਚੋਂ ਪੱਪਾ ਲੋਪ ਹੋ ਗਿਆ, ਉਹ ਮਗਰੋਂ ਇਕੱਲਾ ਹੀ ਰਹਿ ਗਿਆ ਪਖੰਡੀ। ਵੈਸੇ ਹੈ ਪਾਪਖੰਡੀ ਹੈ। ਪਾਪਖੰਡੀ ਜਿਹੜਾ ਪਾਪਾਂ ਨੂੰ ਖੰਡਨ ਕਰ ਦੇਵੇ, ਇਹ ਇੱਕ ਜੋਗੀਆਂ ਦਾ ਮਤ ਹੈ। ਭਰਥਰੀ ਨੇ ਆ ਕੇ ਚਰਪਟਨਾਥ ਨੇ ਸਵਾਲ ਕੀਤਾ ਹੈ, ਮਹਾਰਾਜ ਪਾਪਖੰਡੀ ਜਿਹੜਾ ਮਤ ਹੈ ਉਹਦੇ ਬਾਰੇ ਆਪ ਜੀ ਦੱਸੋ ਵੀ ਉਹਦੇ ਕੀ ਲੱਖਣ ਹੁੰਦੇ। ਤੇ ਮਹਾਰਾਜ ਫਰਮਾਉਂਦੇ ਹਨ, ਸੋ ਪਾਖੰਡੀ ਜੇ ਕਾਇਆ ਪਖਾਲੇ। ਮਹਾਰਾਜ ਕਹਿਣ ਲੱਗੇ, ਭਾਈ ਪਾਪਖੰਡੀ ਮਤ ਉਹ ਹੈ ਜਿਹੜਾ ਕਾਇਆ ਨਾਮ ਬੁੱਧੀ, ਆਪਣੀ ਬੁੱਧੀ ਨੂੰ ਧੋਣਾ ਕਰੇ, ਆਪਣੀ ਅਕਲ ਨੂੰ ਧੋਵੇ, ਹਮੇਸ਼ਾ ਇਸ ਅਕਲ ਦੇ ਵਿੱਚ ਮੈਲ ਨਾ ਭਰ ਕੇ ਰੱਖੇ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਤੈ। ਇਹ ਸਾਡੀ ਮਤ ਵਿੱਚ ਪਾਪ ਭਰੇ ਹੋਏ ਨੇ ਤੇ ਮਤ ਕਾਲੀ ਹੋ ਗਈ ਪਾਪਾਂ ਦੇ ਨਾਲ। ਆਪਣੀ ਮਤ ਵਿੱਚੋਂ ਇਹਨਾਂ ਪਾਪਾਂ ਨੂੰ ਧੋਵੇ, ਬੁੱਧੀ ਵਿੱਚੋਂ ਪਾਪਾਂ ਨੂੰ ਧੋ ਲਵੇ। ਪੁੱਛਿਆ ਚਰਪਟਨਾਥ ਨੇ, ਮਹਾਰਾਜ ਪਾਪਖੰਡੀ ਮਤ ਕਿਹੜਾ ਹੈ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਸੋ ਪਾਖੰਡੀ ਜੇ ਕਾਇਆ ਪਖਾਲੇ। ਕਾਇਆ ਨਾਮ ਬੁੱਧੀ ਦਾ ਪਾਪਖੰਡੀ ਮਤ ਨੂੰ ਉਹ ਧਾਰਨ ਕਰਦਾ ਹੈ
ਜਿਹੜਾ ਆਪਣੀ ਬੁੱਧੀ ਵਿੱਚੋਂ, ਆਪਣੀ ਅਕਲ ਵਿੱਚੋਂ, ਜਾਂ ਕਹਿ ਲਈਏ ਆਪਣੀ ਮਤ ਵਿੱਚੋਂ ਪਾਪਾਂ ਨੂੰ ਧੋ ਕੇ ਬਾਹਰ ਕੱਢ ਦੇਵੇ। ਆਪਣੀ ਬੁੱਧੀ ਨੂੰ ਇਸ ਤਰ੍ਹਾਂ ਧੋਣਾ ਕਰੇ। ਮਹਾਰਾਜ ਜੀ ਫਰਮਾਉਂਦੇ ਹਨ, ਕਾਇਆ ਕੀ ਅਗਨ ਬ੍ਰਹਮ ਪਰਜਾਲੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਕਹਿੰਦੇ, ਇਸੇ ਪੰਕਤੀ ਪਹਿਲੀ ਨੂੰ ਫਰਮਾਉਂਦੇ ਹਨ, ਸੋ ਪਾਖੰਡੀ ਜੇ ਕਾਇਆ ਪਖਾਲੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਕਾਇਆ ਜਿਹੜਾ ਇਹ ਸਰੀਰ ਹੈ ਨਾ, ਇਸ ਨੂੰ ਤੀਰਥਾਂ ਤੇ ਜਾ ਕੇ ਧੋਣਾ ਕਰੇ। ਵੱਖਰੇ ਵੱਖਰੇ ਤੀਰਥਾਂ ਤੇ ਜਾਵੇ, ਉੱਥੇ ਸਰੀਰ ਦਾ ਇਸ਼ਨਾਨ ਕਰਵਾਵੇ। ਇਹ ਸਰੀਰ ਦਾ ਇਸ਼ਨਾਨ ਕਰਨਾ ਵੀ ਪਾਪਾਂ ਨੂੰ ਧੋਣਾ ਹੈ। ਪਰ ਇੱਥੇ ਬਚਨ ਇਹ ਆ ਵੀ ਹੰਕਾਰ ਨਾ ਕਰੇ ਕਿ ਮੈਂ ਇੰਨੇ ਤੀਰਥਾਂ ਦੀ ਯਾਤਰਾ ਕਰ ਆਇਆ, ਇੰਨੇ ਤੇ ਇਸ਼ਨਾਨ ਕਰ ਆਇਆ, ਇੰਨਿਆਂ ਤੀਰਥਾਂ ਤੇ ਦਾਨ ਪੁੰਨ ਕਰ ਆਇਆ। ਇਹ ਹੰਕਾਰ ਨਾ ਕਰੇ, ਪਰ ਤੀਰਥ ਤੇ ਜਾਵੇ, ਜਾ ਕੇ ਇਸ਼ਨਾਨ ਕਰੇ। ਜਿਹੜਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਹੈ, ਇਹ ਆਪਣੀ ਕਾਇਆ ਨੂੰ, ਸਰੀਰ ਨੂੰ ਧੋਣਾ ਹੈ, ਇਹ ਪਾਪਾਂ ਨੂੰ ਉਤਾਰਨਾ ਹੈ। ਕਾਇਆ ਕੀ ਅਗਨ ਬ੍ਰਹਮ ਪਰਜਾਲੇ। ਤੇ ਪਾਤਸ਼ਾਹ ਕਹਿਣ ਲੱਗੇ, ਬ੍ਰਹਮ ਦ੍ਰਿਸ਼ਟੀ ਦੀ ਅਗਨੀ ਦੇ ਨਾਲ ਦੇਹ ਅਧਿਆਸ ਨੂੰ ਭਲੀ ਪ੍ਰਕਾਰ ਪਾਤਸ਼ਾਹ ਕਹਿਣ ਲੱਗੇ ਸਾੜਦਾ ਹੈ। ਸੋ ਕੀ ਕਰਦਾ ਹੈ? ਕਾਇਆ ਕੀ ਅਗਨ ਅਤੇ ਇਸੇ ਤਰ੍ਹਾਂ ਬ੍ਰਹਮ ਪਰਜਾਲੇ, ਇਹ ਜਿਹੜੀ ਅੱਗ ਹੈ ਬ੍ਰਹਮ ਦ੍ਰਿਸ਼ਟੀ ਰੂਪੀ ਅੱਗ ਦੇ ਨਾਲ ਇਹ ਜਿਹੜੀ ਕਾਇਆ ਹੈ ਦੇਹ ਅਧਿਆਸ ਨੂੰ ਸਾੜ ਦੇਣਾ ਕਰੇ। ਸੁਪਨੈ ਬਿੰਦ ਨ ਦੇਈ ਝਰਣਾ। ਮਹਾਰਾਜ ਕਹਿਣ ਲੱਗੇ, ਐਸਾ ਪਵਿੱਤਰ ਹੋ ਜਾਵੇ, ਵਿਚਾਰ ਵੀ ਐਸੇ ਪਵਿੱਤਰ ਹੋ ਜਾਣ, ਸੋਚ ਵੀ ਐਸੀ ਚੰਗੀ ਬਣ ਜਾਵੇ। ਸੁਪਨੇ ਬਿੰਦ ਨ ਦੇਈ ਝਰਣਾ, ਸੁਪਨੇ ਦੇ ਵਿੱਚ ਵੀ ਕੋਈ ਮਾੜਾ ਖਿਆਲ ਨਾ ਆਵੇ, ਮਾੜਾ ਸੁਪਨਾ ਆਵੇ ਹੀ ਨਾ। ਸੁੱਤਿਆਂ ਵੀ ਕਾਮ ਦੇ ਵਿਕਾਰਾਂ ਦੇ ਸੁਪਨੇ ਨਾ ਕਦੇ ਆਉਣ। ਇਸ ਤਰ੍ਹਾਂ ਦਾ ਆਪਣਾ ਮਤ ਨੂੰ ਬਣਾ ਲਵੇ, ਜੀਵਨ ਨੂੰ ਬਣਾ ਲਵੇ। ਇੰਨਾ ਸਿਮਰਨ ਕਰੇ, ਇੰਨੀ ਬੰਦਗੀ ਵਿੱਚ ਲੀਨ ਰਵੇ, ਮਨ ਇੰਨਾ ਪਵਿੱਤਰ ਹੋ ਜਾਵੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਸੁਪਨੇ ਦੇ ਵਿੱਚ ਵੀ ਕਦੇ ਮਾੜਾ ਖਿਆਲ ਨਾ ਆਵੇ। ਜਿਉਂਦਿਆਂ ਜਾਗਦਿਆਂ ਤੇ ਚਲੋ ਕੀ ਆਉਣਾ ਹੈ, ਤੁਰੇ ਫਿਰਦਿਆਂ ਤੇ ਨਾ ਆਉਣ ਦੇਵੇ, ਪਰ ਮਹਾਰਾਜ ਕਹਿੰਦੇ ਸੁਪਨੇ ਦੇ ਵਿੱਚ ਵੀ ਕਦੇ ਮਾੜਾ ਸੁਪਨਾ ਨਾ ਆਵੇ, ਸੁਪਨੇ ਦੇ ਵਿੱਚ ਵੀ ਕਦੇ ਮਾੜਾ ਖਿਆਲ ਨਾ ਆਵੇ। ਸੁਪਨੇ ਬਿੰਦ ਨਾ ਦੇਈ ਝਰਨਾ, ਸੁਪਨੇ ਦੇ ਵਿੱਚ ਵੀ ਆਪਣੀ ਬਿੰਦ ਨੂੰ ਝੜਨ ਨਾ ਦੇਵੇ, ਨਿਕਲਣ ਨਾ ਦੇਵੇ, ਇਸ ਤਰ੍ਹਾਂ ਦੇ ਮਾੜੇ ਖਿਆਲ ਨਾ ਆਉਣ ਦੇਵੇ। ਫਿਰ ਫਰਮਾਉਂਦੇ ਹਨ, ਸੁਪਨੈ ਬਿੰਦ ਨ ਦੇਈ ਝਰਣਾ। ਗੁਰਮੁਖੋ ਸੁਪਨਾ ਕੀ ਹੈ? ਸੁਪਨਾ ਇਹ ਸੰਸਾਰ ਹੈ। ਮਹਾਰਾਜ ਜੀ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਲਿਖਿਆ ਨਾ ਗੁਰਬਾਣੀ ਦੇ ਅੰਦਰ ਕਿ ਇਹ ਸੰਸਾਰ ਸੁਪਨਾ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਇਹ ਸੁਪਨੇ ਰੂਪੀ ਸੰਸਾਰ ਦੇ ਵਿੱਚ ਬਿੰਦ ਨਾਮ ਬਿਰਤੀ ਦਾ ਹੈ, ਬਿਰਤੀ ਨੂੰ ਨਹੀਂ ਲੱਗਣ ਦਿੰਦਾ ਹੈ। ਇਹ ਜੋ ਸੰਸਾਰ ਸੁਪਨਾ ਹੈ ਨਾ, ਇਹਦੇ ਵਿੱਚ ਆਪਣੀ ਬਿਰਤੀ ਨਾ ਲੱਗਣ ਦੇਵੇ ਕਿ ਅੱਜ ਮੈਂ ਆਹ ਕਮਾਈ ਕਰਕੇ ਲਿਆਉਣੀ ਹੈ, ਕੱਲ੍ਹ ਨੂੰ ਮੈਂ ਆਹ ਕੰਮ ਕਰਨਾ ਹੈ, ਪਰਸੋਂ ਮੈਂ ਇਸ ਤਰ੍ਹਾਂ ਕਰਨਾ। ਹਰ ਵੇਲੇ ਆਪਣੀ ਬਿਰਤੀ ਨੂੰ ਦੁਨੀਆ ਵੱਲੇ ਹੀ ਲਾ ਛੱਡਣਾ। ਕੱਲ੍ਹ ਨੂੰ ਮੈਂ ਇਹ ਕਰਾਂਗਾ, ਅਗਲੇ ਦਿਨ ਇਹ ਕਰਾਂਗਾ, ਅਗਲੇ ਕਈ 100 ਸਾਲਾਂ ਤੱਕ ਸੋਚ ਕੇ ਬੈਠਾ ਹੈ। ਮਹਾਰਾਜ ਕਹਿਣ ਲੱਗੇ, ਸੁਪਨੇ ਬਿੰਦ ਨਾ ਦੇਈ ਝਰਨਾ। ਇਹ ਜੋ ਸੁਪਨੇ ਵੱਤ ਸੰਸਾਰ ਹੈ, ਇਹਦੇ ਵਿੱਚ ਬਿੰਦ ਕਹੀਏ ਧਿਆਨ ਲਾਉਣਾ। ਇਹ ਸੰਸਾਰ ਸੁਪਨੇ ਵਿੱਚ ਹਮੇਸ਼ਾ ਹੀ ਨਾ ਫਸਿਆ ਰਵੇ, ਇਹਦੇ ਮੋਹ ਤੋਂ ਉਪਰਾਮ ਹੋ ਜਾਵੇ। ਜਿਵੇਂ ਆਪਾਂ ਇੱਕ ਸਾਖੀ ਸਰਵਣ ਕਰਦੇ ਨਾ, ਇੱਕ ਬਜ਼ੁਰਗ ਨੂੰ ਕਿਸੇ ਮਹਾਤਮਾ ਨੇ ਆਖਿਆ, ਨਾਮ ਜਪ ਤੇਰਾ ਭਲਾ ਹੋਵੇਗਾ। ਕਹਿੰਦਾ ਜੇ ਨਾਮ ਜਪਣ ਲੱਗ ਪਿਆ, ਮੈਂ ਮੁਕਤ ਹੋ ਗਿਆ ਤੇ ਮੇਰੇ ਪੁੱਤਰਾਂ ਦਾ ਕੰਮ ਕੌਣ ਕਰੇਗਾ? ਫਿਰ ਉਹ ਮਰ ਕੇ ਬਲਦ ਬਣ ਗਿਆ। ਕਹਿਣ ਲੱਗੇ, ਚੱਲ ਤੇਰਾ ਭਲਾ ਕਰੀਏ। ਕਹਿਣ ਲੱਗਾ, ਜੇ ਮੇਰਾ ਭਲਾ ਕਰ ਦਿਓਗੇ, ਮੈਂ ਮਰ ਗਿਆ, ਪੁੱਤਰਾਂ ਨੂੰ ਬਲਦ ਨਵਾਂ ਲੈਣਾ ਪਵੇਗਾ, ਕਰਜ਼ੇ ਥੱਲੇ ਆ ਜਾਣਗੇ। ਮਰ ਕੇ ਕੁੱਤਾ ਬਣ ਗਿਆ। ਕਹਿਣ ਲੱਗੇ, ਹੁਣ ਤੇ ਕੁੱਤਾ ਬਣਿਆ, ਚੱਲ ਤੈਨੂੰ ਮੁਕਤ ਕਰੀਏ। ਕਹਿਣ ਲੱਗਾ, ਜੇ ਮੈਂ ਕੁੱਤੇ ਦੀ ਜੂਨੀ ਚੋਂ ਮੁਕਤ ਹੋ ਗਿਆ ਤੇ ਮੇਰੇ ਪੁੱਤਰਾਂ ਨੂੰ ਤੇ ਚੋਰ ਲੁੱਟ ਕੇ ਲੈ ਜਾਣਗੇ। ਇਸ ਤਰ੍ਹਾਂ ਜੂਨਾਂ ਵਿੱਚ ਜਾਂਦਾ ਪਿਆ, ਪਰ ਘਰ ਦਾ ਮੋਹ ਫਿਰ ਵੀ ਨਹੀਂ ਛੱਡਦਾ ਪਿਆ। ਮਹਾਰਾਜ ਕਹਿਣ ਲੱਗੇ, ਇਹ ਸੁਪਨੇ ਵੱਤ ਸੰਸਾਰ ਹੈ, ਇਹਦੇ ਵਿੱਚ ਕੀ ਕਰਨਾ ਹੈ? ਬਿੰਦ ਨਾ ਦੇਈ ਝਰਨਾ। ਇਹਦੇ ਵਿੱਚ ਆਪਣੇ ਮਨ ਨੂੰ ਨਾ ਖੁਬੋ ਲੈਣਾ ਕਰੇ, ਇਹਦੇ ਵਿੱਚ ਮਨ ਫਸਾ ਹੀ ਨਾ ਲਵੇ ਵੀ ਹਰ ਵੇਲੇ ਸੰਸਾਰ ਦੀਆਂ ਗੱਲਾਂ, ਇਹਨਾਂ ਤੋਂ ਉਪਰਾਮ ਰਹਿਣਾ ਕਰੇ। ਫਿਰ ਫਰਮਾਉਂਦੇ ਹਨ, ਸੁਪਨੇ ਬਿੰਦ ਨ ਦੇਈ ਝਰਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤੀਜਾ ਅਰਥ ਵਿਦਵਾਨਾਂ ਨੇ ਇਹ ਕੀਤਾ ਹੈ ਵੀ ਇਹ ਜਿਹੜੇ ਸੁਪਨੇ ਦੇ ਵੱਤ ਪਦਾਰਥ ਨੇ, ਕਿਉਂਕਿ ਸੁਪਨਾ ਆਉਂਦਾ ਤੇ ਚਲੇ ਜਾਂਦਾ ਹੈ ਨਾ, ਸੁਪਨਾ ਸਦਾ ਨਹੀਂ ਰਹਿੰਦਾ ਹੈ। ਪਾਤਸ਼ਾਹ ਕਹਿਣ ਲੱਗੇ, ਇਸੇ ਤਰ੍ਹਾਂ ਇਹ ਪਦਾਰਥ ਵੀ ਸਦਾ ਨਹੀਂ ਰਹਿੰਦੇ ਹਨ। ਅੱਜ ਪਦਾਰਥ ਆਇਆ, ਕੱਲ ਨੂੰ ਇਹਨੇ ਜਾਣਾ ਵੀ ਹੈ। ਜਬ ਕਿਛ ਪਾਏ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੁਬਨ ਲਗਤ ਹੈ। ਜੇ ਪਦਾਰਥ ਆਇਆ ਤੇ ਹੰਕਾਰ ਕਰਦਾ ਹੈ,
ਇੱਕ ਦਿਨ ਪਦਾਰਥ ਨੇ ਜਾਣਾ ਹੈ। ਸੁਪਨੇ ਬਿੰਦ ਨਾ ਦੇਈ ਝਰਨਾ, ਇਹ ਸੁਪਨੇ ਦੇ ਵਾਂਗ ਜਿਹੜੀ ਨਾਸਵੰਤ ਮਾਇਆ ਹੈ, ਇਹ ਜਦੋਂ ਆ ਜਾਂਦੀ ਹੈ ਫਿਰ ਇਹ ਚਲੇ ਵੀ ਜਾਂਦੀ ਹੈ, ਸਦਾ ਇੱਕ ਥਾਂ ਤੇ ਰਹਿੰਦੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਪਦਾਰਥ ਨੇ ਅੱਜ ਸਾਨੂੰ ਬਹੁਤਾ ਧਨ ਮਾਲ ਮਿਲਿਆ, ਬਹੁਤੇ ਬਸਤਰ ਮਿਲ ਗਏ, ਬਹੁਤੇ ਘਰ ਮਿਲ ਗਏ, ਬਹੁਤਾ ਧਨ ਮਿਲ ਗਿਆ ਹੈ, ਕੱਲ੍ਹ ਨੂੰ ਇਹਨੇ ਜਾਣਾ ਵੀ ਹੈ। ਪਾਤਸ਼ਾਹ ਕਹਿਣ ਲੱਗੇ ਇਹਨਾਂ ਪਦਾਰਥਾਂ ਵਿੱਚ ਕਦੇ ਆਪਣੀ ਬਿਰਤੀ ਲੱਗਣ ਨਾ ਦੇਵੇ, ਕਦੇ ਬਿਰਤੀ ਖੁੱਭਣ ਨਾ ਦੇਵੇ ਇਹਦੇ ਵਿੱਚ ਵੀ ਆਹ ਸਭ ਕੁਝ ਮੇਰਾ ਹੈ। ਇਸ ਨੂੰ ਬਿਰਤੀ ਨੂੰ ਆਪਣੀ ਨੂੰ ਉੱਚਾ ਰੱਖੇ, ਉਪਰਾਮ ਰੱਖਣਾ ਕਰੇ, ਕਦੇ ਇਹਨਾਂ ਵਿਕਾਰਾਂ ਵਿੱਚ ਫਸਾਉਣਾ ਨਾ ਕਰੇ। ਇਸ ਪਾਖੰਡੀ ਜਰਾ ਨਾ ਮਰਨ। ਫਿਰ ਉਹ ਜਿਹੜਾ ਪਾਪਖੰਡੀ ਮਹਾਤਮਾ ਹੈ ਨਾ, ਉਹ ਫਿਰ ਜਰਾ ਕਹੀਏ ਬੁਢੇਪਾ ਤੇ ਮਰਾ ਕਹੀਏ ਮਰਨਾ। ਫਿਰ ਉਹ ਬੁੱਢਾ ਹੋ ਕੇ ਉਹਦਾ ਮਰਨਾ ਨਹੀਂ ਹੋਵੇਗਾ, ਬੁਢੇਪੇ ਦੇ ਦੁੱਖ ਪਾ ਪਾ ਕੇ ਨਹੀਂ ਮਰੇਗਾ। ਤੇ ਇਸ ਪਾਪਖੰਡੀ, ਉਹ ਜਿਹੜਾ ਪਾਪਖੰਡੀ ਮਤ ਵਾਲਾ ਸਾਧੂ ਹੈ ਨਾ, ਪਾਤਸ਼ਾਹ ਕਹਿਣ ਲੱਗੇ ਜਰਾ ਨਾ ਮਰਨਾ। ਜਰਾ ਨਾਮ ਬੁਢੇਪੇ ਦਾ, ਨਾ ਉਹ ਬੁਢੇਪੇ ਦੇ ਦੁੱਖ ਨੂੰ ਪਾਵੇਗਾ, ਨਾ ਮਰਨਾ ਮੌਤ ਦੇ ਦੁੱਖ ਨੂੰ ਪਾਵੇਗਾ। ਮੌਤ ਵੀ ਸੌਖੀ ਹੈ ਅਤੇ ਬੁਢੇਪਾ ਵੀ ਸੌਖਾ, ਕਿਉਂਕਿ ਗੁਰਮੁਖ ਬੁੱਢੇ ਕਦੇ ਨਾ ਹੀ, ਗੁਰਮੁਖਾਂ ਨੂੰ ਕਦੇ ਸੰਸਾਰੀ ਬੁਢੇਪਾ ਆਉਂਦਾ ਹੀ ਨਹੀਂ ਹੈ, ਉਹ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦੇ। ਫਿਰ ਮਹਾਰਾਜ ਫਰਮਾਉਂਦੇ ਹਨ ਇਸ ਪਾਖੰਡੀ ਜਰਾ ਨਾ ਮਰਨ। ਪਾਤਸ਼ਾਹ ਕਹਿਣ ਲੱਗੇ ਉਸ ਪਾਪਖੰਡੀ ਮਹਾਤਮਾ ਨੂੰ ਮਰਨ ਦਾ ਜਰਾ ਜਿੰਨਾ ਵੀ ਦੁੱਖ ਨਹੀਂ ਲੱਗਦਾ ਹੈ। ਜਰਾ ਦਾ ਅਰਥ ਬੁਢੇਪਾ ਵੀ ਹੈ, ਜਰਾ ਦਾ ਅਰਥ ਥੋੜ੍ਹਾ ਜਿੰਨਾ ਆਪਾਂ ਆਮ ਹੀ ਭਾਸ਼ਾ ਵਿੱਚ ਵਰਤ ਲੈਂਦੇ, ਜਰਾ ਕੁ ਆਹ ਕੰਮ ਕਰਨਾ ਹੈ, ਜਰਾ ਕੁ ਆਹ ਚੀਜ਼ ਦੇ ਦੇ, ਜਰਾ ਤੋਂ ਭਾਵ ਥੋੜ੍ਹਾ ਜਿੰਨਾ ਵੀ। ਕਹਿਣ ਲੱਗੇ ਐਸੇ ਮਹਾਤਮਾ ਨੂੰ ਮਰਨ ਦਾ ਥੋੜ੍ਹਾ ਜਿੰਨਾ ਵੀ ਦੁੱਖ ਨਹੀਂ ਹੁੰਦਾ ਹੈ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਜਿਹੜੇ ਮਨਮੁਖ ਲੋਕ ਨੇ ਉਹਨਾਂ ਦੀ ਜਿੰਦ ਬੜੀ ਔਖੀ ਨਿਕਲਦੀ, ਹੱਡ ਤੋੜ ਤੋੜ ਕੇ ਕਰਲਾ ਕਰਲਾ ਕੇ ਮੌਤ ਨੂੰ ਪ੍ਰਾਪਤ ਹੁੰਦਾ। ਪਰ ਜਿਹੜੇ ਗੁਰਮੁਖ ਨਾਮ ਜਪਣ ਵਾਲੇ ਨੇ ਉਹ ਸਰੀਰ ਇਸ ਤਰ੍ਹਾਂ ਛੱਡ ਦਿੰਦੇ ਜਿਵੇਂ ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਈਏ ਤੇ ਹਾਥੀ ਆਰਾਮ ਨਾਲ ਉਹ ਮਾਲਾ ਲਾ ਕੇ ਸੁੱਟ ਦਿੰਦਾ ਹੈ। ਇਸ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਨੇ ਬੜੇ ਆਰਾਮ ਦੇ ਨਾਲ ਹੀ ਸਰੀਰ ਛੱਡ ਦਿੰਦੇ, ਉਹਨਾਂ ਨੂੰ ਮਰਨ ਦਾ ਦੁੱਖ ਵੀ ਨਹੀਂ ਹੁੰਦਾ ਹੈ, ਐਸੀ ਅਵਸਥਾ ਨੂੰ ਪ੍ਰਾਪਤ ਕਰਦੇ ਹਨ। ਬੋਲੇ ਚਰਪਟ ਸਤ ਸਰੂਪ। ਮਹਾਰਾਜ ਦੇ ਸਾਹਮਣੇ ਇਹ ਚਰਪਟਨਾਥ ਨਾਮ ਦਾ ਸਿੱਧ ਸਵਾਲ ਕਰਦਾ ਸੀ, ਮਹਾਰਾਜ ਪਾਪਖੰਡੀ ਮਤ ਕਿਹੜਾ ਹੈ? ਤੇ ਸਤਿਗੁਰੂ ਕਹਿਣ ਲੱਗੇ ਚਰਪਟਨਾਥ ਉਹ ਜੋ ਪਰਮਾਤਮਾ ਪਰਮ ਤੰਤ ਹੈ, ਜਿਹੜਾ ਸਦਾ ਰਹਿਣ ਵਾਲਾ ਹੈ। ਪਰਮ ਤੰਤ ਮਹਿ ਰੇਖ ਨਾ ਰੂਪ। ਉਹਦੇ ਵਿੱਚ ਕੋਈ ਰੂਪ ਰੇਖਾ ਨਹੀਂ, ਐਸਾ ਉਹ ਪਰਮਾਤਮਾ ਸਮਰੱਥ ਹੈ। ਮਹਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ। ਸਤਿਗੁਰੂ ਪਾਤਸ਼ਾਹ ਦੇ ਕੋਲ ਭਰਥਰੀਨਾਥ ਨਾਮ ਦਾ ਸਿੱਧ ਆ ਗਿਆ। ਇਹ ਗੁਰਮੁਖੋ ਸਿੱਧ ਆਉਂਦੇ ਪਏ, ਸਵਾਲ ਕਰਦੇ ਪਏ। ਭਰਥਰੀ ਨੇ ਸਵਾਲ ਕੀਤਾ, ਮਹਾਰਾਜ ਸਾਹਿਬ ਜੀ ਬੈਰਾਗੀ ਕਿਹਨੂੰ ਕਿਹਾ ਹੈ? ਤੇ ਮਹਾਰਾਜ ਕਹਿਣ ਲੱਗੇ ਚਲੋ ਭਾਈ ਤੁਹਾਨੂੰ ਬੈਰਾਗੀ ਦੇ ਲੱਛਣ ਦੱਸ ਦਈਏ। ਤੇ ਮਹਾਰਾਜ ਫਰਮਾਉਂਦੇ ਹਨ ਸੋ ਬੈਰਾਗੀ ਜੇ ਉਲਟੇ ਬ੍ਰਹਮ। ਮਹਾਰਾਜ ਕਹਿਣ ਲੱਗੇ ਬੈਰਾਗੀ ਉਹ ਹੈ ਜਿਹੜਾ ਆਪਣੇ ਮਨ ਨੂੰ ਬ੍ਰਹਮ ਦੀ ਤਰਫ ਉਲਟਾਉਂਦਾ ਹੈ। ਹੁਣ ਤੇ ਸਾਡਾ ਮਨ ਦੁਨੀਆ ਵਾਲੇ ਪਾਸੇ ਲੱਗਾ ਹੈ ਨਾ, ਬੈਰਾਗੀ ਉਹ ਹੈ ਜਿਹੜਾ ਦੁਨੀਆ ਵਾਲੇ ਪਾਸਿਓਂ ਮਨ ਨੂੰ ਉਲਟਾ ਕੇ ਰੱਬ ਵਾਲੇ ਪਾਸੇ ਲਾ ਲਵੇ, ਉਹਨੂੰ ਬੈਰਾਗੀ ਕਿਹਾ ਹੈ। ਸੋ ਇਸ ਤਰ੍ਹਾਂ ਦਾ ਬੈਰਾਗ ਨੂੰ ਧਾਰਨ ਕਰੇ, ਇਸ ਤਰ੍ਹਾਂ ਦੇ ਬੈਰਾਗ ਨੂੰ ਪ੍ਰਾਪਤ ਕਰੇ। ਜਿਵੇਂ ਬੁੱਲੇ ਸ਼ਾਹ ਨੇ ਪੁੱਛਿਆ ਨਾ ਆਪਣੇ ਗੁਰੂ ਨੂੰ ਜਾ ਕੇ, ਕਹਿਣ ਲੱਗਾ ਜੀ ਰੱਬ ਕਿਵੇਂ ਮਿਲਦਾ ਹੈ? ਤੇ ਗੁਰੂ ਨੇ ਦੱਸਿਆ, ਕਹਿਣ ਲੱਗਾ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪਟਨਾ ਤੇ ਇੱਧਰ ਲਾਉਣਾ। ਰੱਬ ਦਾ ਪਾਉਣਾ ਕਿਹੜਾ ਔਖਾ ਹੈ? ਮਨ ਸੰਸਾਰ ਵਾਲੇ ਪਾਸੇ ਲੱਗਾ, ਇਹਨੂੰ ਇਧਰੋਂ ਪੱਟ ਲਾ ਤੇ ਨਿਰੰਕਾਰ ਵਾਲੇ ਪਾਸੇ ਜੋੜ ਦੇ ਤੇ ਰੱਬ ਉਦੋਂ ਹੀ ਮਿਲ ਜਾਣਾ ਹੈ। ਇੱਥੇ ਮਹਾਰਾਜ ਕਹਿਣ ਲੱਗੇ ਸੋ ਬੈਰਾਗੀ, ਬੈਰਾਗੀ ਸਾਧੂ ਉਹ ਹੈ ਉਲਟਾ ਬ੍ਰਹਮ, ਜਿਹੜਾ ਆਪਣੀ ਬਿਰਤੀ ਨੂੰ ਉਲਟਾ ਕੇ ਬ੍ਰਹਮ ਦੇ ਵਿੱਚ ਜੋੜ ਲੈਂਦਾ ਹੈ, ਉਸ ਨੂੰ ਬੈਰਾਗੀ ਕਿਹਾ ਜਾਂਦਾ ਹੈ। ਗਗਨ ਮੰਡਲ ਮੈਂ ਰੂਪੈ ਥੰਮ। ਤੇ ਪਾਤਸ਼ਾਹ ਕਹਿਣ ਲੱਗੇ ਗਗਨ ਮੰਡਲ ਕੀ ਹੈ? ਗਗਨ ਮੰਡਲ ਹੈ 10ਵਾਂ ਦਵਾਰ। 10ਵੇਂ ਦਵਾਰ ਦੇ ਵਿੱਚ ਪ੍ਰਾਣਾ ਨੂੰ ਰੂਪੇ ਕਹੀਏ, ਚੜ੍ਹਨਾ ਵੀ ਜਾਣੇ, ਜਿਹੜਾ 10ਵਾਂ ਦਵਾਰ ਹੈ ਇਹਦੇ ਵਿੱਚ ਗਗਨ ਮੰਡਲ 10ਵਾਂ ਦਵਾਰ। ਰੂਪੈ ਥੰਬ, ਥੰਬ ਕਹੀਏ ਜਿਹੜੇ ਸਵਾਸ ਨੇ ਇਹਨਾਂ ਨੂੰ ਥੰਮ ਲਵੇ, ਪ੍ਰਾਣਾ ਨੂੰ ਥੰਮ ਲਵੇ, ਰੂਪੇ ਕਹੀਏ ਚਾੜ ਲਵੇ। 10ਵੇਂ ਦਵਾਰ ਦੇ ਵਿੱਚ ਆਪਣੇ ਸਵਾਸ ਚਾੜਨੇ ਜਾਣਦਾ ਹੋਵੇ, ਫਿਰ ਇਸੇ ਪੰਕਤੀ ਨੂੰ ਫਰਮਾਉਂਦੇ ਹਨ ਗਗਨ ਮੰਡਲ ਮੈਂ ਰੂਪੈ ਥੰਮ। ਇਸੇ ਤਰ੍ਹਾਂ ਗਗਨ ਮੰਡਲ ਕੀ ਹੈ? ਗੁਰਮੁਖੋ ਗਗਨ ਮੰਡਲ ਹੈ ਹਿਰਦਾ।
ਤੇ ਹਿਰਦੇ ਵਿੱਚ ਹੈ ਸਾਡਾ ਮਨ ਨੂੰ ਰੋਕਣਾ ਜਾਣੇ। ਇਹ ਜਿਹੜਾ ਮਨ ਭਜਦਾ ਨਾ ਹਰ ਵੇਲੇ ਇਧਰ ਉਧਰ ਸੰਸਾਰ ਵੱਲ, ਇਸ ਮਨ ਨੂੰ ਰੋਕਣਾ ਜਾਣੇ, ਐਸੀ ਅਵਸਥਾ ਨੂੰ ਪ੍ਰਾਪਤ ਹੋਵੇ। ਅਹਨਿਸ ਅੰਤਰ ਰਹਿ ਧਿਆਨ, ਅਹਨਿਸ ਦਿਨੇ ਰਾਤ ਪ੍ਰਮਾਤਮਾ ਦੇ ਵਿੱਚ ਧਿਆਨ ਧਾਰਨ ਕਰਕੇ ਰੱਖੇ, ਦਿਨੇ ਰਾਤ ਪ੍ਰਮਾਤਮਾ ਦੇ ਧਿਆਨ ਵਿੱਚ ਜੁੜਿਆ ਰਹਿਣਾ ਕਰੇ। ਤੇ ਬੈਰਾਗੀ ਸਤ ਸਮਾਨ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਬੈਰਾਗੀ ਸਾਧੂ ਜਿਹੜਾ ਨਾ ਪਰਮੇਸ਼ਰ ਦੇ ਸਮਾਨ ਹੈ। ਸਤਨਾਮ ਪਰਮੇਸ਼ਰ ਦਾ ਹੈ, ਜਿਹਦੇ ਵਿੱਚ ਇਹ ਗੁਣ ਨੇ ਜਿਹੜੇ ਆਪਾਂ ਸੁਣੇ ਨੇ। ਜਿਹੜਾ ਇਹਨਾਂ ਗੁਣਾਂ ਨੂੰ ਮੰਨ ਲਵੇਗਾ ਉਹ ਸਤ ਸਮਾਨ ਪਰਮੇਸ਼ਰ ਦਾ ਰੂਪ ਹੋ ਜਾਏਗਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜਤ ਰੰਗ ਜਿਉ, ਜਲ ਹੀ ਵਿਖੈ ਸਮਾਹੇ। ਐਸਾ ਸਾਧੂ ਫਿਰ ਰੱਬ ਦਾ ਰੂਪ ਹੁੰਦਾ ਹੈ। ਬੋਲੇ ਭਰਥਰ ਸਤ ਸਰੂਪ, ਇਹ ਭਰਥਰੀ ਨੇ ਸਵਾਲ ਕੀਤਾ ਸੀ ਮਹਾਰਾਜ ਜੀਆਂ ਨੂੰ, ਬੈਰਾਗੀ ਕਿਹਨੂੰ ਕਿਹਾ ਹੈ? ਸਤਿਗੁਰੂ ਕਹਿਣ ਲੱਗੇ ਭਰਥਰੀ ਸੁਣ, ਅਸੀਂ ਬੋਲ ਕੇ ਆਖਦੇ ਹਾਂ ਜੋ ਸਤ ਸਰੂਪ ਪਰਮਾਤਮਾ ਹੈ। ਪਰਮ ਤੰਤ ਮਹਿ ਰੇਖ ਨਾ ਰੂਪ, ਉਹਦੇ ਵਿੱਚ ਕੋਈ ਰੂਪ ਰੇਖਾ ਨਹੀਂ ਹੈ, ਉਹ ਪਰਮਾਤਮਾ ਐਸਾ ਹੈ। ਮਹੱਲਾ ਪਹਿਲਾ, ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ। ਸਤਿਗੁਰਾਂ ਨੂੰ ਸਵਾਲ ਕੀਤਾ ਮਹਾਰਾਜ ਮੰਦਾ ਸੁਭਾਅ ਕਿਵੇਂ ਮਰੇ। ਇਹ ਸਿੱਧ ਆਉਂਦੇ ਹੀ ਸਵਾਲ ਕਰਨ ਵਾਸਤੇ। ਸਵਾਲ ਕਰਨਾ ਬੜਾ ਸੌਖਾ ਹੈ, ਜਵਾਬ ਦੇਣਾ ਬੜਾ ਔਖਾ ਹੈ। ਪਹਿਲਾ ਸਵਾਲ ਇਹ ਕੀਤਾ ਕਿਉਂ ਮਰੇ ਮੰਦਾ, ਮਹਾਰਾਜ ਇਹ ਮਾੜਾ ਸੁਭਾਅ ਕਿਵੇਂ ਮਰੇ, ਮਨ ਦੇ ਮਾੜੇ ਵਿਚਾਰ ਕਿਵੇਂ ਮਰਨ, ਇਹ ਦੱਸ ਦਿਓ। ਦੂਜਾ ਸਵਾਲ ਹੈ ਕਿਉਂ ਜੀਵੈ ਜੁਗਤ, ਮਹਾਰਾਜ ਜੀ ਜੀਵਨੇ ਦੀ ਜੁਗਤੀ ਪ੍ਰਾਪਤ ਕਿਵੇਂ ਹੋਵੇ, ਅਸਲ ਵਿੱਚ ਕਿਵੇਂ ਜਿਉਈਦਾ ਹੈ, ਉਹ ਜੁਗਤ ਕਿਹੜੀ, ਤਰੀਕਾ ਕਿਹੜਾ, ਇਹ ਦੂਜਾ ਸਵਾਲ ਹੈ। ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ, ਮਹਾਰਾਜ ਮੰਦਾ ਸੁਭਾਅ ਕਿਵੇਂ ਮਰੇ, ਇਹ ਪਹਿਲਾ ਸਵਾਲ ਹੈ। ਜੀਵਨ ਦੀ ਜੁਗਤ ਕਿਵੇਂ ਮਿਲੇ, ਇਹ ਦੂਜਾ ਸਵਾਲ ਹੈ। ਕੰਨ ਪੜਾਏ ਕਿਆ ਖਾਜੈ ਭੁਗਤ, ਮਹਾਰਾਜ ਸਾਹਿਬ ਜੀ ਤੀਜਾ ਸਵਾਲ ਹੈ ਵੀ ਕੰਨਾਂ ਨੂੰ ਪਾੜ ਕੇ ਤੇ ਜਿਹੜੀ ਭੁਗਤ ਮੰਗ ਕੇ ਖਾਣੀ ਹੈ, ਰੋਟੀ ਮੰਗ ਕੇ ਖਾਣੀ ਹੈ, ਕੁਝ ਖਾਣ ਵਾਸਤੇ ਮੰਗਣਾ ਹੈ, ਇਹ ਕਿਹੜਾ ਹੈ, ਭੁਗਤ ਕਿਹੜੀ ਖਾਣੀ ਚਾਹੀਦੀ ਹੈ, ਤੇ ਕੰਨ ਕਿਹੜੇ ਪੜਾਉਣੇ ਚਾਹੀਦੇ, ਮਹਾਰਾਜ ਦੱਸਣਾ ਕਰੋ। ਆਸਤ ਨਾਸਤ ਏਕੋ ਨਉ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹਦੇ ਸਵਾਲ ਦਾ ਜਵਾਬ ਦਿੰਦੇ ਕਹਿਣ ਲੱਗੇ ਆ ਸਤ, ਜਿਹੜਾ ਸਰਬ ਔਰ ਸੇ ਪਰਮਾਤਮਾ ਸਤ ਹੈ। ਆ ਸਤ, ਆ ਤੋਂ ਭਾਵ ਚਾਰ ਚਫੇਰੇ ਤੋਂ, ਹਰ ਪਾਸੇ ਤੋਂ ਜਿਹੜਾ ਸਤ ਸਰੂਪ ਪਰਮਾਤਮਾ ਹੈ। ਪਾਤਸ਼ਾਹ ਕਹਿਣ ਲੱਗੇ ਉਸ ਪਰਮਾਤਮਾ ਦੇ ਵਿੱਚ ਆਸਤ ਤੋਂ ਭਾਵ ਹੈ ਆਸਤਕ ਬਿਰਤੀ ਰੱਖਣੀ, ਹਮੇਸ਼ਾ ਪਰਮਾਤਮਾ ਨੂੰ ਮੰਨਣਾ। ਜੇ ਫੁੱਲ ਵੀ ਤੋੜਦਾ ਪਿਆ ਨਾ, ਉੱਥੇ ਵੀ ਇਹ ਵਿਚਾਰ ਹੋਵੇ ਵੀ ਇਹਦੇ ਵਿੱਚ ਵੀ ਪਰਮਾਤਮਾ ਵਸਿਆ ਹੈ। ਜੇ ਕੋਈ ਜੀਵ ਜੰਤੂ ਨੂੰ ਮਾਰਨ ਲੱਗਾ ਹੈ, ਉੱਥੇ ਵਿਚਾਰ ਇਹ ਆਵੇ ਨਹੀਂ ਇਹ ਪਾਪ ਨਹੀਂ ਕਰਾਂਗਾ, ਇਹਦੇ ਵਿੱਚ ਵੀ ਪਰਮਾਤਮਾ ਵਸਿਆ ਹੈ। ਇਸ ਤਰ੍ਹਾਂ ਆਸਤਕ ਬਿਰਤੀ ਰੱਖੇ, ਹਮੇਸ਼ਾ ਰੱਬ ਨੂੰ ਹਾਜ਼ਰ ਨਾਜ਼ਰ ਜਾਣੇ, ਜਿਹੜੀ ਇਹ ਬਿਰਤੀ ਰੱਖਣੀ ਹੈ। ਪਾਤਸ਼ਾਹ ਕਹਿਣ ਲੱਗੇ ਇਹ ਜੀਵਨੇ ਦੀ ਜੁਗਤ ਹੈ। ਉਹਨੇ ਸਵਾਲ ਕੀਤਾ ਸੀ ਨਾ ਜਿਉਣ ਦੀ ਜੁਗਤੀ ਕਿਹੜੀ ਹੈ, ਮਹਾਰਾਜ ਕਹਿਣ ਲੱਗੇ ਇਹ ਹੈ ਜਿਉਣ ਦੀ ਜੁਗਤ, ਜਿਹੜਾ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਹੈ, ਹਰ ਵੇਲੇ ਮੰਨਣਾ ਵੀ ਉਹ ਸਾਰੇ ਥਾਵਾਂ 'ਤੇ ਹੈ। ਜਿਹੜੀ ਆਸਤਕ ਬਿਰਤੀ ਰੱਖਣੀ ਹੈ, ਇਹ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਜੁਗਤ ਜਿਹੜੀ ਤੁਸੀਂ ਪੁੱਛਦੇ ਪਏ ਹੋ। ਆਸਤ ਨਾਸਤ ਏਕੋ ਨਉ, ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦੇ ਇੱਕ ਨਾਮ ਨੂੰ ਜਪਣਾ ਹੈ, ਨਾਮ ਰੂਪ ਜਿਹੜਾ ਪ੍ਰਪੰਚ ਹੈ, ਇਸ ਨੂੰ ਨਾਸਤ ਸਮਝਣਾ। ਜਿਹੜਾ ਇਹ ਪ੍ਰਪੰਚ ਹੈ ਨਾ ਸੰਸਾਰ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਹਿਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਇਹ ਜਿਹੜਾ ਸੰਸਾਰ ਪ੍ਰਪੰਚ ਨੂੰ ਨਾਸਵੰਤ ਜਾਣਨਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਮੰਦੇ ਸੁਭਾਅ ਦਾ ਮਾਰਨਾ ਹੈ। ਉਹਨੇ ਪੁੱਛਿਆ ਸੀ ਨਾ ਮਹਾਰਾਜ ਮੰਦਾ ਸੁਭਾਅ ਕਿਵੇਂ ਮਰੇ। ਸਤਿਗੁਰੂ ਕਹਿੰਦੇ ਮੰਦਾ ਸੁਭਾਅ ਤਾਂ ਹੀ ਬਣਦਾ ਵੀ ਇੱਧਰੋਂ ਲੈ ਲਵਾਂ, ਇੱਧਰ ਦੇ ਦੇਵਾਂ, ਇੱਧਰੋਂ ਖੋਹ ਲਵਾਂ, ਇੱਧਰੋਂ ਵੱਟ ਲਵਾਂ। ਜਦੋਂ ਦੁਨੀਆ ਨੂੰ ਹੀ ਨਾਸਵੰਤ ਜਾਣੇਗਾ ਵੀ ਪਦਾਰਥ ਤੇ ਸੰਸਾਰ ਹੈ ਹੀ ਨਾਸਵੰਤ, ਫਿਰ ਮੰਦਾ ਸੁਭਾਅ ਵੀ ਮਰ ਜਾਏਗਾ, ਇਹ ਸੁਭਾਅ ਵੀ ਚੰਗਾ ਹੋ ਜਾਵੇਗਾ, ਇਹ ਫਿਰ ਭਲੇ ਵਾਲੀ ਬਿਰਤੀ ਵਿੱਚ ਆ ਜਾਵੇਗਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬਤ ਦਾ ਐਸੀ ਦਾਤ ਨੂੰ ਇਹ ਪ੍ਰਾਪਤ ਕਰਦਾ ਹੈ। ਕੌਣ ਸੋ ਅੱਖਰ ਜਿਤ ਰਹਿ ਹਿਆਉ, ਸਤਿਗੁਰੂ ਪਾਤਸ਼ਾਹ ਨੇ ਅਜੇ ਤੀਜੇ ਸਵਾਲ ਦਾ ਜਵਾਬ ਦੇਣਾ ਹੈ, ਦਿੱਤਾ ਨਹੀਂ ਹੈ ਵੀ ਕਿਹੜੀਆਂ ਮੁਦਰਾ ਪਾਉਣੀਆਂ ਚਾਹੀਦੀਆਂ ਤੇ ਕਿਹੜੀ ਭਿਖਿਆ ਖਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਤੀਜੇ ਸਵਾਲ ਦਾ ਜਵਾਬ ਦਿੰਦੇ
ਇੱਕ ਸਿੱਧ ਹੋਰ ਆ ਗਿਆ, ਕਹਿਣ ਲੱਗਾ ਮਹਾਰਾਜ ਮੇਰਾ ਵੀ ਸਵਾਲ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੇ ਤੋਂ ਪਹਿਲਾਂ ਜਿੰਨੇ ਸਵਾਲ ਕੀਤੇ ਉਹਨੂੰ ਜਵਾਬ ਦੇ ਲਈਏ। ਕਹਿਣ ਲੱਗਾ ਨਹੀਂ ਮਹਾਰਾਜ ਮੈਨੂੰ ਤੇ ਬੜੀ ਕਾਹਲੀ ਹੈ, ਬੜੀ ਛੇਤੀ ਪਈ ਹੋਈ ਹੈ, ਜੇ ਮੇਰਾ ਛੇਤੀ ਕੰਮ ਨਿਬੇੜੋ ਮੈਂ ਕਿਤੇ ਅੱਗੇ ਚਲਾ ਜਾਵਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੱਲ ਭਾਈ ਤੂੰ ਪੁੱਛ ਲੈ ਸਵਾਲ ਕੀ ਪੁੱਛਣਾ ਹੈ। ਤੇ ਫਿਰ ਫਰਮਾਉਂਦੇ ਹਨ ਕੌਣ ਸੋ ਅੱਖਰ ਜੇ ਤਰਹਿ ਹਿਆਉ। ਮਹਾਰਾਜ ਉਹ ਕਿਹੜਾ ਅੱਖਰ ਹੈ ਜਿਸ ਅੱਖਰ ਨੂੰ ਜਪ ਕੇ ਮਨ ਟਿਕ ਜਾਵੇ। ਇਹ ਮਨ ਹਰ ਵੇਲੇ ਭੱਜਾ ਰਹਿੰਦਾ ਨਾ, ਹਿਆਉ ਨਾਮ ਹਿਰਦੇ ਦਾ, ਹਿਰਦਾ ਨਾਮ ਮਨ ਦਾ। ਮਹਾਰਾਜ ਉਹ ਕਿਹੜਾ ਅੱਖਰ ਹੈ ਜਿਹਨੂੰ ਮੈਂ ਜਪਾਂ ਮੇਰਾ ਮਨ ਟਿਕ ਜਾਵੇ। ਇਹ ਮੇਰੇ ਤੇ ਕਿਰਪਾ ਕਰੋ, ਇਹ ਮੇਰੇ ਸਵਾਲ ਦਾ ਜਵਾਬ ਪਾਤਸ਼ਾਹ ਜੀ ਆਪ ਜੀ ਦਿਓ ਵੀ ਮੇਰਾ ਮਨ ਕਿਵੇਂ ਟਿਕਣਾ ਕਰੇ। ਫਿਰ ਮਹਾਰਾਜ ਜੀ ਫਰਮਾਉਂਦੇ ਹਨ ਕੌਣ ਸੋ ਅੱਖਰ ਜੇ ਤਰਹਿ ਹਿਆਉ। ਹਿਆਉ ਨਾਮ ਗੁਰਮੁਖੋ ਸ਼ਰਮ ਦਾ ਵੀ ਹੈ। ਮਹਾਰਾਜ ਉਹ ਕਿਹੜਾ ਅੱਖਰ ਹੈ ਜਿਹਨੂੰ ਮੈਂ ਪੜ੍ਹਾਂ ਤੇ ਮੈਨੂੰ ਸ਼ਰਮ ਆਵੇ, ਵਿਕਾਰਾਂ ਦੇ ਵੱਲੋਂ, ਸੰਸਾਰ ਦੇ ਵੱਲੋਂ ਲੱਜਾ ਆਵੇ। ਮਹਾਰਾਜ ਇਸ ਤਰ੍ਹਾਂ ਦਾ ਉਪਦੇਸ਼ ਦਿਓ ਜਿਹਦੇ ਕਰਕੇ ਦੁਨੀਆ ਵੱਲੋਂ ਮੈਂ ਲੱਜਤ ਹੋ ਜਾਵਾਂ, ਲੱਜਾ ਰਵੇ, ਮੈਨੂੰ ਵੱਡੇ ਛੋਟੇ ਦੀ ਸ਼ਰਮ ਰਵੇ। ਮਹਾਰਾਜ ਕਿਰਪਾ ਕਰਕੇ ਦੱਸੋ। ਧੂਪ ਸ਼ਾਮ ਜੇ ਸਮ ਕਰ ਸਹਿ। ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਭਾਈ ਫਿਰ ਅਸੀਂ ਤੈਨੂੰ ਉਪਦੇਸ਼ ਦਿੰਦੇ ਹਾਂ। ਧੂਪ ਛਾਵ, ਧੂਪ ਨਾਮ ਗੁਰਮੁਖੋ ਦੁੱਖ ਦਾ ਤੇ ਛਾਵ ਨਾਮ ਹੈ ਸੁੱਖ ਦਾ। ਮਹਾਰਾਜ ਕਹਿਣ ਲੱਗੇ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣੇ। ਤੇਰਾ ਸਵਾਲ ਇਹ ਹੈ ਕਿ ਮਨ ਕਿਵੇਂ ਟਿਕੇ। ਕਹਿੰਦੇ ਮਨ ਭੜਕਦਾ ਹੀ ਤਾਂ ਜਦੋਂ ਬੰਦਾ ਦੁੱਖ ਸੁੱਖ ਵਿੱਚ ਵੰਡਿਆ ਜਾਂਦਾ ਹੈ। ਇੱਥੋਂ ਦੁੱਖ ਮਿਲਦਾ, ਇੱਥੋਂ ਸੁੱਖ ਮਿਲਦਾ। ਕਦੇ ਦੁੱਖ ਦੇਣ ਵਾਲੇ ਨੂੰ ਬਦਦੁਆਵਾਂ ਦੇਈ ਜਾਂਦਾ ਹੈ, ਕਦੇ ਸੁੱਖ ਦੇਣ ਵਾਲੇ ਨੂੰ ਅਸੀਸਾਂ ਦੇਈ ਜਾਂਦਾ ਹੈ। ਸੁੱਖ ਦੇਣ ਵਾਲੇ ਕੋਲ ਭੱਜ ਭੱਜ ਕੇ ਜਾਂਦਾ ਹੈ, ਦੁੱਖ ਦੇਣ ਵਾਲੇ ਕੋਲ ਜਾਣ ਨੂੰ ਮਨ ਨਹੀਂ ਕਰਦਾ। ਕਹਿੰਦੇ ਮਨ ਤਾਂ ਨਹੀਂ ਟਿਕਦਾ ਹੈ। ਇਸ ਕਰਕੇ ਦੁੱਖ ਤੇ ਸੁੱਖ ਨੂੰ ਦੋਨਾਂ ਨੂੰ ਬਰਾਬਰ ਕਰਕੇ ਜਾਣੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਐਸੀ ਅਵਸਥਾ ਨੂੰ ਪ੍ਰਾਪਤ ਹੋਵੇ। ਜਿਹੜਾ ਵਿਅਕਤੀ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਸਹਾਰਦਾ ਹੈ, ਪਾਤਸ਼ਾਹ ਕਹਿਣ ਲੱਗੇ ਉਹਦਾ ਹਿਰਦਾ ਜਿਹੜਾ ਹੈ ਨਾ ਉਹ ਸਦਾ ਵਾਸਤੇ ਸਥਿਤ ਰਹਿੰਦਾ ਹੈ। ਫਿਰ ਕਦੇ ਮਨ ਡੋਲਦਾ ਨਹੀਂ ਹੈ, ਦੁੱਖ ਦੇ ਵਿੱਚ ਵੀ ਸੁੱਖ ਦੇ ਵਿੱਚ ਵੀ। ਜੇ ਦੁੱਖ ਦੇ ਤਾਂ ਤੁਝੈ ਰਾਧੀ, ਸੁਖ ਵੀ ਤੁਝੈ ਧਿਆਈ। ਜੇ ਦੁੱਖ ਆ ਗਿਆ ਤੇ ਤਾਂ ਕੀ ਹੋਇਆ, ਨਿਤਨੇਮ ਓਨਾ ਹੀ ਕਰਾਂਗਾ। ਜੇ ਸੁੱਖ ਆ ਗਿਆ ਤੇ ਤਾਂ ਕੀ ਹੋਇਆ, ਨਿਤਨੇਮ ਓਨਾ ਹੀ ਰਵੇਗਾ। ਇਹ ਨਹੀਂ ਵੀ ਸੁੱਖ ਆ ਗਿਆ ਤੇ ਹੁਣ ਰੱਬ ਕਿਹੜਾ ਮੈਂ ਤੇ ਜਾਣਦਾ ਨਹੀਂ, ਦੁੱਖ ਆ ਗਿਆ ਤੇ ਹਾਏ ਮਰ ਗਿਆ ਰੱਬ ਨੇ ਕਿਉਂ ਦਿੱਤਾ ਹੈ, ਮੈਂ ਤੇ ਇੰਨਾ ਨਿਤਨੇਮ ਕਰਦਾ, ਮੈਂ ਤੇ ਇੰਨੀ ਬਾਣੀ ਪੜ੍ਹਦਾ, ਮੈਂ ਤੇ ਇੰਨਾ ਗੁਰਦੁਆਰੇ ਮੱਥਾ ਟੇਕਦਾ, ਮੈਨੂੰ ਤੇ ਦੁੱਖ ਆਉਣਾ ਹੀ ਨਹੀਂ ਸੀ ਚਾਹੀਦਾ। ਨਹੀਂ, ਇਸ ਤਰ੍ਹਾਂ ਦੀ ਅਵਸਥਾ ਤੋਂ ਬਾਹਰ ਨਿਕਲੇ, ਦੁੱਖ ਤੇ ਸੁੱਖ ਵਿੱਚ ਬਰਾਬਰ ਰਹਿਣਾ ਕਰੇ। ਨਾਨਕ ਆਖੈ ਗੁਰ ਕੋ ਕਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਕਹਿਣਾ ਕਰੇ। ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ ਨਾ ਉਸ ਉਪਦੇਸ਼ ਨੂੰ ਮੰਨ ਕੇ ਤੇ ਜਪਣਾ ਕਰੇ। ਸ਼ਿਵ ਵਰਤਾਰੇ ਵਰਤੈ ਪੂਤ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਸੀ ਸਿੱਧ ਨੇ ਕਿ ਮਹਾਰਾਜ ਕੰਨ ਕਿਹੜੇ ਪੜਾਉਣੇ ਤੇ ਭਿਖਿਆ ਕਿਹੜੀ ਖਾਣੀ। ਪਿੱਛੇ ਸਵਾਲ ਦਾ ਜਵਾਬ ਰਹਿ ਗਿਆ ਨਾ। ਮਹਾਰਾਜ ਉਹਦਾ ਜਵਾਬ ਦਿੰਦੇ ਕਹਿਣ ਲੱਗੇ ਛੇ ਵਰਤਾਰੇ। ਛੇ ਵਰਤਾਰੇ ਕਿਹੜੇ, ਜਿਹੜੇ ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਨੂੰ ਪੜ੍ਹਨਾ। ਅਤੇ ਇਸੇ ਤਰ੍ਹਾਂ ਛੇ ਵਰਤਾਰੇ ਨੇ ਪੰਜ ਗਿਆਨ ਇੰਦਰੇ ਤੇ ਛੇਵਾਂ ਹੈ ਮਨ। ਪਾਤਸ਼ਾਹ ਕਹਿਣ ਲੱਗੇ ਇਹਨਾਂ ਨੂੰ ਸੋ ਪੂਤ ਕਹੀਏ ਪਵਿੱਤਰ ਕਰੇ, ਪਵਿੱਤਰ ਹੋ ਕੇ। ਪੰਜ ਗਿਆਨ ਇੰਦਰੇ ਪਵਿੱਤਰ ਕਰੇ। ਗਿਆਨ ਇੰਦਰੇ ਗੁਰਮੁਖੋ ਉਹ ਨੇ ਜਿਹੜੇ ਸਾਨੂੰ ਗਿਆਨ ਦਿੰਦੇ ਨੇ। ਜਿਵੇਂ ਸਾਡੀ ਇਸੇ ਤਰ੍ਹਾਂ ਸਾਡੇ ਨੱਕ ਹੈ, ਇਹ ਸਾਨੂੰ ਖੁਸ਼ਬੂ ਦਾ ਗਿਆਨ ਦਿੰਦਾ ਹੈ। ਕੰਨ ਸਾਡੇ ਕਿਸੇ ਗੱਲ ਸੁਣਨ ਦਾ ਗਿਆਨ ਦਿੰਦੇ ਹਨ। ਅੱਖਾਂ ਸਾਡੀਆਂ ਵੇਖਣ ਦਾ। ਜ਼ੁਬਾਨ ਸਾਡੀ ਸਵਾਦ ਦਿੰਦੀ ਹੈ ਵੀ ਕਿਹੜਾ ਪਦਾਰਥ ਮਿੱਠਾ ਤੇ ਕੌੜਾ ਹੈ। ਇਹਨਾਂ ਸਾਰੇ ਆਪਣੇ ਸਰੀਰ ਦੇ ਅੰਗਾਂ ਨੂੰ ਪਵਿੱਤਰ ਕਰੇ। ਪਵਿੱਤਰ ਕੀ ਕਰਨਾ ਹੈ ਵੀ ਕੰਨਾਂ ਨਾਲ ਚੁਗਲੀ ਨਹੀਂ ਸੁਣਦਾ, ਇਹ ਕੰਨ ਪਵਿੱਤਰ ਕਰ ਲੈ। ਜ਼ੁਬਾਨ ਨਾਲ ਨਿੰਦਿਆ ਨਹੀਂ ਕਰਦਾ, ਇਹ ਜ਼ੁਬਾਨ ਪਵਿੱਤਰ ਕਰ ਲਈ ਹੈ। ਅੱਖਾਂ ਨਾਲ ਮਾੜਾ ਨਹੀਂ ਵੇਖਦਾ ਪਿਆ, ਇਹ ਅੱਖਾਂ ਪਵਿੱਤਰ ਕਰ ਲਈਆਂ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਆਪਣੇ ਗਿਆਨ ਇੰਦਰੀਆਂ ਨੂੰ ਪਵਿੱਤਰ ਕਰੇ। ਅਤੇ ਇਸੇ ਤਰ੍ਹਾਂ ਛੇ ਸ਼ਾਸਤਰ ਜਿਹੜੇ ਨੇ ਉਹਨਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਪਵਿੱਤਰ ਕਰਕੇ ਇਸ ਤਰ੍ਹਾਂ ਵਰਤਣਾ ਕਰੇ। ਛੇ ਵਰਤਾਰੇ ਵਰਤੈ ਪੂਤ। ਇਹ ਜਿਹੜੇ ਛੇ ਵਰਤਾਰੇ ਛੇ ਸ਼ਾਸਤਰ ਪੜ੍ਹਨੇ ਉਹਨਾਂ ਨੂੰ ਪੜ੍ਹ ਕੇ ਆਪਣੇ ਆਪ ਨੂੰ ਪਵਿੱਤਰ ਕਰੇ, ਜਾਂ ਆਪਣੇ ਗਿਆਨ ਇੰਦਰੇ ਤੇ ਆਪਣੇ ਮਨ ਨੂੰ ਪਵਿੱਤਰ ਕਰਨਾ ਕਰੇ। ਨਾ ਸੰਸਾਰੀ ਨਾ ਅਦੂਤ। ਸੰਸਾਰੀ ਤੋਂ ਭਾਵ ਹੈ ਗ੍ਰਸਤੀ ਕਿਰਿਆ, ਅਤੇ ਨਾ ਹੀ ਅਦੂਤ ਸਾਧੂ ਪੁਣੇ ਦੀ ਕਿਰਿਆ ਦਾ ਹੰਕਾਰ ਨਾ ਕਰੇ। ਕਦੇ ਇਹ ਨਾ ਆਖੇ ਮੇਰੇ ਵਰਗਾ ਗ੍ਰਸਤੀ ਕੋਈ ਨਹੀਂ ਹੈ, ਮੈਂ ਤੇ ਫਲਾਣੇ ਨੂੰ ਇੰਨੇ ਕੰਬਲ ਦਾਨ ਕਰ ਦਿੱਤੇ, ਇੰਨੀਆਂ ਰੋਟੀਆਂ ਖਵਾ ਦਿੱਤੀਆਂ, ਮੈਂ ਇੰਨੇ ਲੋਕਾਂ ਦਾ ਭਲਾ ਕੀਤਾ ਹੈ।
ਕਦੇ ਗ੍ਰਸਤੀ ਹੋਣ ਦਾ ਵੀ ਹੰਕਾਰ ਨਾ ਕਰੇ ਕਿ ਮੈਂ ਘਰ ਬੜਾ ਸੋਹਣਾ ਬਣਾਇਆ, ਆ 2 ਕਮਰੇ ਮੈਂ ਲੋਕਾਂ ਦੇ ਆਉਣ ਜਾਣ ਵਾਸਤੇ ਹੀ ਪਾ ਛੱਡੇ, ਨਹੀਂ, ਐਸਾ ਹੰਕਾਰ ਛੱਡ ਦੇਵੇ। ਅਤੇ ਨਾ ਹੀ ਕਦੇ ਸਾਧੂ ਬਣ ਕੇ ਉਹ ਹੰਕਾਰ ਕਰੇ, ਵੇਖੋ ਜੀ ਮੈਂ ਤੇ ਘਰ ਛੱਡ ਆਇਆ, ਵੇਖੋ ਜੀ ਮੈਂ ਤੇ ਇੰਨੀ ਬੰਦਗੀ ਕਰਦਾ, ਮੈਂ ਤੇ ਸ਼ਰਾਫ ਦੇ ਦੇਵਾਂ ਉਹ ਪੂਰਾ ਹੋ ਜਾਂਦਾ ਹੈ, ਮੈਂ ਤੇ ਕੋਈ ਬਦਦੁਆਵਾਂ ਦੇਵਾਂ ਉਹ ਪੂਰੀ ਹੋ ਜਾਂਦੀ ਹੈ। ਕਦੇ ਸਾਧੂ ਪੁਣੇ ਦਾ ਵੀ ਹੰਕਾਰ ਨਾ ਕਰੇ, ਇਹਨਾਂ ਗੱਲਾਂ ਨੂੰ ਛੱਡ ਦੇਵੇ, ਸਮ ਦ੍ਰਿਸ਼ਟੀ ਵਿੱਚ ਰਹਿਣਾ ਕਰੇ। ਇਹ ਭਿਖਿਆ ਖਾਣੀ ਹੈ। ਉਹਨੇ ਪੁੱਛਿਆ ਸੀ ਨਾ, ਭਿਖਿਆ ਕਿਹੜੀ ਖਾਣੀ ਹੈ? ਮਹਾਰਾਜ ਕਹਿੰਦੇ ਭਿਖਿਆ ਇਹ ਖਾਣੀ ਹੈ, ਨਾ ਗ੍ਰਸਤੀ ਪੁਣੇ ਦਾ ਹੰਕਾਰ ਕਰੇ, ਨਾ ਸਾਧੂ ਪੁਣੇ ਦਾ ਹੰਕਾਰ ਕਰੇ। ਇਹ ਹੰਕਾਰ ਛੱਡਣਾ ਹੀ ਭਿਖਿਆ ਖਾਣੀ ਹੈ। ਪਹਿਲਾ ਸਵਾਲ ਇਹ ਸੀ, ਮਹਾਰਾਜ ਜੀ ਇਹ ਕੰਨਾਂ ਵਿੱਚ ਮੁੰਦਰਾਂ ਕਿਹੜੀਆਂ ਪਾਉਣੀਆਂ ਨੇ? ਪਾਤਸ਼ਾਹ ਨੇ ਦੱਸਿਆ, ਕਹਿਣ ਲੱਗੇ ਜਿਹੜੇ ਆਪਣੇ ਇੰਦਰੀਆਂ ਨੂੰ ਪਵਿੱਤਰ ਕਰਨਾ ਹਨ, ਇਹੋ ਹੀ ਮੁੰਦਰਾਂ ਪਾਉਣੀਆਂ ਹਨ। ਨਿਰੰਕਾਰ ਜੋ ਰਹਿ ਸਮਾਏ, ਨਿਰੰਕਾਰ ਦੇ ਵਿੱਚ ਹਰ ਵੇਲੇ ਸਮਾਇਆ ਰਵੇ। ਨਿਰੰਕਾਰ ਜੋ ਪਰਮੇਸ਼ਰ ਹੈ ਉਹਦੇ ਵਿੱਚ ਹਰ ਵੇਲੇ ਲੀਨ ਰਵੇ, ਹਰ ਵੇਲੇ ਉਹਦੇ ਵਿੱਚ ਆਪਣਾ ਧਿਆਨ ਜੋੜ ਕੇ ਰੱਖਣਾ ਕਰੇ। ਆਹੇ ਭੀਖਿਆ ਮੰਗਣ ਜਾਏ, ਤੇ ਬਾਹਰ ਭਿਖਿਆ ਮੰਗਣ ਨਾ ਜਾਵੇ ਨਾ, ਹਰ ਵੇਲੇ 8ਵੇਂ ਡੱਬਾ ਫੜ ਕੇ ਮੰਗਦਾ ਹੀ ਰਵੇ ਵੀ ਇਧਰੋਂ ਮਿਲ ਜਾਵੇ ਉਧਰੋਂ ਮਿਲ ਜਾਵੇ। ਭਿਖਿਆ ਮੰਗ ਕੇ ਨਾ ਖਾਵੇ। ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ। ਕਿਸੇ ਵਿਦਵਾਨ ਨੇ ਲਿਖਿਆ ਹੈ, ਕਹਿਣ ਲੱਗਾ ਮੰਗਣ ਵਾਸਤੇ ਤੁਰ ਪਿਆ, ਸਮਝ ਲਓ ਮਰ ਹੀ ਗਿਆ ਹੈ। ਭਿਖਿਆ ਮੰਗ ਮੰਗ ਕੇ ਨਾ ਖਾਵੇ, ਰੱਬ ਦੇ ਉੱਪਰ ਭਰੋਸਾ ਰੱਖੇ। ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਾ ਸੌਦਾ ਕਰਨ ਵਾਸਤੇ ਜਾਂਦੇ, ਸੰਤਰੇ ਨੇ ਸਾਧੂ ਮਿਲਿਆ। ਮਹਾਰਾਜ ਨੇ ਸਾਧੂਆਂ ਦੇ ਦਰਸ਼ਨ ਕਰਕੇ ਪੁੱਛਿਆ ਪ੍ਰਸ਼ਾਦਾ ਕਿੱਥੋਂ ਛਕਦੇ? ਤੇ ਸੰਤਰੇ ਨੇ ਕਹਿਣ ਲੱਗਾ ਮਹਾਰਾਜ ਅਸੀਂ ਪ੍ਰਸ਼ਾਦਾ ਬਣਾਉਂਦੇ ਨੇ। ਕਹਿੰਦੇ ਪਿੰਡੋਂ ਮੰਗ ਕੇ? ਕਹਿਣ ਲੱਗੇ ਜੀ ਮੰਗ ਕੇ ਵੀ ਨਹੀਂ ਲਿਆਉਂਦੇ। ਮਹਾਰਾਜ ਕਹਿੰਦੇ ਫਿਰ ਕਿਵੇਂ? ਕਹਿਣ ਲੱਗਾ ਜੀ ਇੱਥੇ ਬੈਠੇ ਰਹੀਦਾ, ਰੱਬ ਦਾ ਸਿਮਰਨ ਕਰੀਦਾ, ਜਿਹੜਾ ਕਰਮਾਂ ਵਿੱਚ ਲਿਖਿਆ ਕਦੇ ਕਦੇ ਕੋਈ ਦੇ ਜਾਂਦਾ ਤੇ ਛਕ ਲਈਦਾ, ਨਹੀਂ ਤੇ ਭੁੱਖੇ ਪਿਆਸੇ ਰਹਿ ਕੇ ਧਿਆਨ ਦੇ ਵਿੱਚ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਦਾ ਬਣੇ, ਮੰਗ ਮੰਗ ਕੇ ਭਿਖਿਆ ਨਾ ਖਾਵੇ, ਰੱਬ ਦੇ ਸੰਤੋਖ ਵਿੱਚ ਰਹਿਣਾ ਕਰੇ। ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਪਰਮਾਤਮਾ ਹਰੀ ਦਾ ਮੰਦਰ ਜਿੱਥੇ ਹਰੀ ਜਾਣਿਆ ਜਾਂਦਾ ਹੈ। ਹਰੀ ਦਾ ਮੰਦਰ ਕੀ ਹੈ? ਇਹ ਸਰੀਰ। ਇਹ ਸਰੀਰ ਮੰਦਰ ਤਾਂ ਹੈ ਕਿਉਂਕਿ ਇਸੇ ਸਰੀਰ ਵਿੱਚ ਪਰਮਾਤਮਾ ਜਾਣਿਆ ਜਾਂਦਾ ਹੈ। ਮਾਨਸ ਦੇ ਗੁਰਬਚਨੀ ਪਾਇਆ, ਇਹ ਜਿਹੜੀ ਮਨੁੱਖਾ ਦੇਹੀ ਹੈ, ਇਹ ਜਿਹੜੀ ਸਾਨੂੰ ਪ੍ਰਾਪਤ ਹੋਈ ਹੈ, ਸਭ ਆਤਮ ਰਾਮ ਪਛਾਤਾ। ਗੁਰਾਂ ਦੇ ਬਚਨਾਂ ਦੇ ਨਾਲ ਫਿਰ ਆਤਮਿਕ ਸਰੂਪ ਦੀ ਪਛਾਣ ਇਹ ਕਰ ਲੈਂਦਾ ਹੈ। ਬਾਹਰ ਮੂਲ ਨਾ ਖੋਜੀਐ ਘਰ ਮਾਹੇ ਵਿਧਾਤਾ। ਬਾਹਰ ਜਾ ਕੇ ਕੀ ਲੱਭਣਾ ਜੰਗਲਾਂ ਦੇ ਵਿੱਚ ਬੰਦਿਆ, ਰੱਬ ਤੇ ਤੇਰੇ ਅੰਦਰ ਬੈਠਾ ਹੈ। ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਬਾਹਰ ਕੀ ਲੱਭਦਾ ਪਿਆ? ਰੱਬ ਤੇਰੇ ਅੰਦਰ ਹੈ, ਪਰ ਉਹ ਮਿਲਦਾ ਤਾਂ ਹੈ ਜੇ ਗੁਰੂ ਕਿਰਪਾ ਕਰੇ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ। ਜਿਹੜੇ ਮਨਮੁਖ ਲੋਕ ਨੇ ਉਹ ਪਰਮਾਤਮਾ ਅੰਦਰ ਬੈਠਾ ਹੈ ਪਰ ਉਹ ਜਾਣਦੇ ਨਹੀਂ। ਮਨਮੁਖ ਨੇ ਨਹੀਂ ਕਦੇ ਜਾਣਿਆ ਵੀ ਪਰਮਾਤਮਾ ਮੇਰੇ ਅੰਦਰ ਬੈਠਾ ਹੈ, ਮੈਨੂੰ ਅੰਦਰੋਂ ਵੇਖਦਾ ਪਿਆ, ਨਹੀਂ। ਮਨਮੁਖ ਉਹਦੀ ਸਾਰ ਨੂੰ ਜਾਣਦੇ ਨਹੀਂ ਹਨ। ਤਿਨੀ ਜਨਮ ਗਵਾਤਾ। ਐਸੇ ਮਨਮੁਖਾਂ ਨੇ ਆਪਣਾ ਜਨਮ ਜਿਹੜਾ ਮਨੁੱਖਾ ਗਵਾ ਲਿਆ ਹੈ। ਸਭ ਮੈਂ ਇੱਕ ਵਰਤਦਾ। ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਵਰਤ ਰਿਹਾ ਭਾਈ, ਸਾਰਿਆਂ ਦੇ ਵਿੱਚ ਉਸ ਦੀ ਜੋਤ ਕਰਦੀ ਹੈ। ਗੁਰ ਸਬਦੀ ਪਾਇਆ ਜਾਈ। ਪਰ ਜਿਨ੍ਹਾਂ ਦੇ ਉੱਪਰ ਗੁਰੂ ਕਿਰਪਾ ਕਰੇ ਉਹਨਾਂ ਨੂੰ ਹੀ ਉਸ ਨੇ ਪ੍ਰਾਪਤ ਕੀਤਾ ਹੈ। ਸਭ ਹੈ ਇੱਕ ਵਰਤਦਾ, ਸਾਰਿਆਂ ਵਿੱਚ ਇੱਕ ਪਰਮਾਤਮਾ ਹੈ। ਗੁਰ ਸ਼ਬਦੀ ਪਾਇਆ ਜਾਈ, ਗੁਰੂ ਦੇ ਉਪਦੇਸ਼ ਦੇ ਨਾਲ ਉਹ ਮਿਲਦਾ ਹੈ। ਇਹਦੇ ਤੋਂ ਅੱਗੇ ਮਹਾਰਾਜ ਫਰਮਾਉਂਦੇ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਸ ਵਾਰ ਦੇ ਵਿੱਚ ਨਾ ਜਦੋਂ ਪੌੜੀ ਦੀ ਅਖੀਰਲੀ ਪੰਕਤੀ ਪੜ੍ਹਨੀ ਹੈ, ਉੱਥੇ ਇਸ ਪੰਕਤੀ ਦਾ ਵਾਰ-ਵਾਰ ਜਾਪ ਕਰਦੇ, ਐ ਅਕਾਲ ਪੁਰਖ ਤੂੰ ਵਾਹੋ ਹੈ, ਤੂੰ ਧਨ ਹੈ, ਤੂੰ ਧਨ ਹੈ, ਤੇਰੀ ਨਾਈ ਕਹੀਏ ਸ਼ੋਭਾ ਵੀ ਧਨ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਦਿਓ ਸੱਜਣਾ ਸੀਸੜੀਆਂ, ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਸੰਗਤਾਂ ਜਾਣਦੇ ਹੋ ਕਿ ਭਾਰੀ ਮੀਂਹ ਪੈਣ ਦੇ ਨਾਲ ਕਈ ਇਲਾਕਿਆਂ ਵਿੱਚ ਹੜ੍ਹ ਆ ਚੁੱਕਿਆ ਹੈ। ਉਹਨਾਂ ਪਰਿਵਾਰਾਂ ਨੂੰ ਰਾਸ਼ਨ ਦੀ ਲੋੜ ਹੈ, ਕੱਪੜਿਆਂ ਦੀ ਲੋੜ ਹੈ। ਇਸ ਕਰਕੇ ਜਿਹੜੇ ਪਰਿਵਾਰ ਰਾਸ਼ਨ ਦੀ ਸੇਵਾ ਕਰ ਸਕਦੇ ਨੇ, ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਰਾਸ਼ਨ ਪਹੁੰਚਾਉਣ ਦੀ ਕਿਰਪਾਲਤਾ ਕਰੋ। ਜਿਹੜੇ ਪਰਿਵਾਰ ਕੱਪੜਿਆਂ ਦੀ ਸੇਵਾ ਜਾਂ ਮਾਇਆ ਦੀ ਸੇਵਾ ਕਰ ਸਕਦੇ, ਉਹਨਾਂ ਨੂੰ ਬੇਨਤੀ ਹੈ ਕਿ ਇਹ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੋ।
ਅੱਜ ਆਪਣੇ ਗੁਰਦੁਆਰਾ ਸਾਹਿਬ ਤੋਂ ਗੱਡੀ ਜਾਵੇਗੀ। ਇਹ ਸਾਰੇ ਪਦਾਰਥ ਲੈ ਕੇ ਜਿਨ੍ਹਾਂ ਸੰਗਤਾਂ ਨੇ ਸੇਵਾ ਕਰਨੀ ਹੈ ਉਹ ਜਲਦੀ ਤੋਂ ਜਲਦੀ ਸਮਾਨ ਪਹੁੰਚਾਉਣ ਦੀ ਕਿਰਪਾਲਤਾ ਕਰ ਦੇਣ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਕੀਤੇ ਹੋਏ ਭੋਗ ਦੇ ਸ਼ਲੋਕ ਆਪਾਂ ਸਰਵਣ ਕਰਾਂਗੇ। ਉਪਰੰਤ ਗੁਰਬਾਣੀ ਦੇ ਕੀਰਤਨ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।